ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ਼ਾਹ ਜਹਾਂ ਕੋ ਕਹਿਤ ਭਾ, ਇਮ ਆਵਤ ਮਨ ਮੋਹੇ। ਰੋਕੋ ਨਵ ਰੰਗ ਭਰਾਤ ਕਹੋ, ਚੜ ਕਰ ਆਗੇ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀਓ, जिनके भाग बड़े हैं पाई, तिन साधु संग मुख जुरे। आप जी अत्यंत वਡਭਾਗੇ हो। सतगुरां दी पावन पवित्र हजूरी विच हाजरियां भर रहे हो और संध्या दे दीवाना विच ਸੋਦਰ ਰਾਜ ਸਾਹਿਬ ਜੀ ਦੇ ਪਾਠ, ਆਰਤੀ ਆਰਤੇ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਧੰਨ ਧੰਨ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਜੋੜੀਏ। ਸਤਿਗੁਰਾਂ ਦੇ ਸਮੇਂ ਸਨ 1656 ਤੋਂ ਲੈ ਕੇ 58 ਤੱਕ ਹਿੰਦੁਸਤਾਨ ਦੇ ਤਖਤ ਵਾਸਤੇ ਬੜਾ ਹੀ ਸੰਘਰਸ਼ ਚੱਲਿਆ ਸੀ ਔਰ ਉਹਦੇ ਵਿੱਚ ਬਾਦਸ਼ਾਹ ਸ਼ਾਹਜਹਾਨ ਦੇ ਪੁੱਤਰ ਆਪਸ ਵਿੱਚ ਹੀ ਲੜੇ ਸਨ। ਵੱਡਾ ਪੁੱਤਰ ਦਾਰਾ ਸ਼ਿਕੋ ਸੀ ਜੋ ਬਾਦਸ਼ਾਹ ਨੇ ਆਪਣੇ ਕੋਲ ਦਿੱਲੀ ਰੱਖਿਆ ਹੋਇਆ ਸੀ ਔਰ ਵਲੀ ਅਹਿਦ ਵੀ ਉਸ ਨੂੰ ਨਿਯੁਕਤ ਕੀਤਾ ਸੀ, ਭਾਵ ਮੇਰੇ ਮਰਨ ਤੋਂ ਬਾਅਦ ਹਿੰਦੁਸਤਾਨ ਦਾ ਬਾਦਸ਼ਾਹ ਇਹ ਬਣੇਗਾ। ਉਸ ਤੋਂ ਛੋਟਾ ਸੁਜਾ ਮੁਹੰਮਦ ਬੰਗਾਲ, ਬਿਹਾਰ, ਬੰਗਲਾਦੇਸ਼ ਇਹਨਾਂ ਇਲਾਕਿਆਂ ਦਾ ਸੂਬੇਦਾਰ ਬਣ ਕੇ ਗਿਆ ਸੀ। ਤੀਸਰੇ ਨੰਬਰ ਦਾ ਔਰੰਗਜ਼ੇਬ ਦੱਖਣ ਭਾਰਤ ਦੇ ਵਿੱਚ ਉਹਦੀ ਡਿਊਟੀ ਲਾਈ ਗਈ ਸੀ ਅਤੇ ਚੌਥਾ ਮੁਰਾਦ ਬਖਸ਼ ਗੁਜਰਾਤ ਦਾ ਸੂਬੇਦਾਰ ਬਣਾਇਆ ਹੋਇਆ ਸੀ। ਇਹਨਾਂ ਭਾਈਆਂ ਨੇ, ਸੁਜਾ ਮੁਹੰਮਦ ਨੇ, ਮੁਰਾਦ ਬਖਸ਼ ਨੇ, ਔਰੰਗਜ਼ੇਬ ਨੇ ਦਾਰਾ ਸ਼ਿਕੋਹ ਨੂੰ ਦਿੱਲੀ ਤੋਂ ਕੱਢਣ ਵਾਸਤੇ ਆਪਣੇ ਆਪਣੇ ਤੌਰ 'ਤੇ ਵੀ ਹੀਲਾ ਕੀਤਾ। ਸੁਜਾ ਮੁਹੰਮਦ ਨੂੰ ਤਾਂ ਰਾਜਾ ਜੈ ਸਿੰਘ ਕਛਵਾਏ ਨੇ ਸ਼ਿਕਸਤ ਦਿੱਤੀ। ਉਹ ਹਾਰ ਕੇ ਵਾਪਸ ਬੰਗਾਲ ਨੂੰ ਚਲਾ ਗਿਆ ਅਤੇ ਰਾਜਾ ਜੈ ਸਿੰਘ ਨੇ ਯੂਪੀ, ਬਿਹਾਰ, ਅਸਾਮ, ਬੰਗਾਲ ਦੇ ਉੱਤੇ ਆਪਣਾ ਪ੍ਰਬੰਧ ਵੀ ਚਲਾਇਆ ਅਤੇ ਉਹਨੂੰ ਵੀ ਆਪਣੇ ਅਧੀਨ ਕਰ ਲਿਆ। ਪਰ ਅੰਦਰ ਖਾਤੇ ਸੁਜਾ ਮੁਹੰਮਦ ਸ਼ਾਸਨ ਘੜਨੋਂ ਬਾਜ ਨਹੀਂ ਆਇਆ। ਦੂਸਰੇ ਨੰਬਰ 'ਤੇ ਮੁਰਾਦ ਬਖਸ਼ ਜੋ ਛੋਟਾ ਸਾਰਿਆਂ ਵਿੱਚੋਂ ਚੌਥੇ ਨੰਬਰ ਦਾ ਪੁੱਤਰ ਸੀ ਸ਼ਾਹਜਹਾਨ ਦਾ, ਉਸਨੇ ਬਗਾਵਤ ਕੀਤੀ। ਉਹਦੀ ਬਗਾਵਤ ਨੂੰ ਦਬਾਉਣ ਲਈ ਜੋਧਪੁਰ ਦੇ ਰਾਜੇ ਜਸਵੰਤ ਸਿੰਘ ਨੂੰ ਭੇਜਿਆ, ਜੋ ਨਰਮਦਾ ਦੇ ਪਰਲੇ ਪਾਸੇ ਜਾ ਕੇ ਜੰਗ ਹੋਇਆ। ਰਾਜਾ ਜਸਵੰਤ ਸਿੰਘ ਹਾਰ ਗਿਆ। ਮੁਰਾਦ ਬਖਸ਼ ਨੇ ਉਸ ਦੀ ਫੌਜ ਨੂੰ ਤਿੱਤਰ ਬਿੱਤਰ ਕਰ ਦਿੱਤਾ ਅਤੇ ਰਾਜਾ ਜਸਵੰਤ ਸਿੰਘ ਵੀ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾ ਸਕਿਆ ਦੌੜ ਕੇ। ਇਹ ਜਦੋਂ ਖਬਰ ਪਹੁੰਚੀ ਬਾਦਸ਼ਾਹ ਨੂੰ, ਉਹ ਬੜਾ ਨਿਰਾਸ਼ ਹੋਇਆ। ਫਿਰ ਪਤਾ ਲੱਗਾ ਕਿ ਔਰੰਗਜ਼ੇਬ ਦੱਖਣ ਤੋਂ ਵੱਡੀ ਭਾਰੀ ਮੁਹਿੰਮ ਲੈ ਕੇ ਚੜ੍ਹ ਪਿਆ ਹੈ ਔਰ ਉਹ ਦਿੱਲੀ ਵੱਲ ਆ ਰਿਹਾ ਹੈ। ਬਾਦਸ਼ਾਹ ਨੂੰ ਆਗਰੇ ਰੁਕਣਾ ਪਿਆ। ਆਗਰੇ ਤੋਂ ਦਾਰਾ ਸ਼ਿਕੋਹ ਬਾਰ-ਬਾਰ ਆਪਣੇ ਪਿਤਾ ਨੂੰ ਕਹਿੰਦਾ ਸੀ, ਪਿਤਾ ਜੀ ਔਰੰਗਜ਼ੇਬ ਆ ਰਿਹਾ, ਉਹਦਾ ਮੁਕਾਬਲਾ ਕਰੀਏ। ਪਰ ਬਾਦਸ਼ਾਹ ਕਹਿੰਦਾ ਸੀ ਵੀ ਆਪਾਂ ਉਹਦਾ ਮੁਕਾਬਲਾ ਕਰ ਨਹੀਂ ਸਕਾਂਗੇ, ਉਹ ਬੜਾ ਜ਼ਾਲਮ ਹੈ। ਇਹ ਪਿਓ ਪੁੱਤਰਾਂ ਦੀ ਕਸ਼ਮਕਸ਼ ਵੀ ਚੱਲਦੀ ਰਹੀ। ਅਖੀਰ ਦਾਰਾ ਸ਼ਿਕੋਹ ਨੇ ਔਰੰਗਜ਼ੇਬ ਦਾ ਰਾਹ ਕਿਵੇਂ ਰੋਕਿਆ, ਅੱਜ ਇਹ ਕਥਾ ਆਏਗੀ। ਆਓ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਇਸ ਸਮੇਂ ਦਾ ਇਤਿਹਾਸ, ਕਿਉਂਕਿ ਗੁਰੂ ਘਰ ਦੇ ਨਾਲ ਔਰੰਗਜ਼ੇਬ ਦੀ ਵਿਗਾੜ ਇਹਨਾਂ ਜੰਗਾਂ ਵਿੱਚੋਂ ਹੀ ਪਈ ਸੀ, ਜਦੋਂ ਸਤਿਗੁਰੂ ਜੀ ਨੇ ਦਾਰਾ ਸ਼ਿਕੋਹ ਦੀ ਮਦਦ ਕੀਤੀ ਸੀ ਔਰ ਔਰੰਗਜ਼ੇਬ ਗੁਰੂ ਘਰ ਦਾ ਬੈਰੀ ਬਣ ਗਿਆ ਸੀ। ਇਹ ਕਥਾ ਪ੍ਰੇਮ ਨਾਲ ਸਰਵਣ ਕਰੀਏ।
ਗੁਰੂ ਸਾਹਿਬਾਂ ਦੇ ਚਰਨਾਂ 'ਚ ਸੁਰਤੀ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼ਾਹ ਜਹਾਂ ਕੋ ਕਹਿਤ ਭਾ। ਦਾਰਾ ਸ਼ਿਕੋ ਆਪਣੇ ਪਿਤਾ ਸ਼ਾਹਜਹਾਨ ਬਾਦਸ਼ਾਹ ਨੂੰ ਕਹਿਣ ਲੱਗਾ, ਇਮ ਆਵਤ ਮਨ ਮੋਹੇ। ਇਹ ਅੱਬਾ ਜਾਨ ਮੇਰੇ ਮਨ ਵਿੱਚ ਇਸ ਤਰ੍ਹਾਂ ਦੇ ਖਿਆਲ ਆਉਂਦੇ ਹਨ ਰੋਕੋ ਨਵ ਰੰਗ ਭਰਾਤ ਕਹੋ। ਕਿ ਮੇਰਾ ਛੋਟਾ ਭਰਾ ਔਰੰਗਜ਼ੇਬ ਚੜਿਆ ਆ ਰਿਹਾ ਹੈ, ਆਪਾਂ ਉਸ ਦਾ ਰਾਹ ਰੋਕੀਏ। ਚੜ ਕਰ ਆਗੇ ਹੋਏ। ਤੇ ਤੁਹਾਨੂੰ ਆਪ ਫੌਜ ਦੀ ਅਗਵਾਈ ਕਰਨੀ ਚਾਹੀਦੀ ਹੈ, ਆਰਡਰ ਦੇਣਾ ਚਾਹੀਦਾ ਹੈ, ਕਿਉਂਕਿ ਕੋਈ ਵੀ ਬਾਗੀ ਭਾਵੇਂ ਉਹ ਦੁਸ਼ਮਣ ਹੋਵੇ ਤੇ ਭਾਵੇਂ ਆਪਣਾ ਧੀ ਪੁੱਤਰ ਹੋਵੇ, ਰਾਜ ਵਾਸਤੇ ਖਤਰਾ ਹੁੰਦਾ ਹੈ। ਤੇ ਰਾਜਨੀਤੀ ਸ਼ਾਸਤਰ ਦਾ ਕਹਿਣਾ ਹੈ ਵੀ ਬਾਗੀ ਨੂੰ ਕੁਚਲ ਦੇਣਾ ਚਾਹੀਦਾ ਹੈ। ਸੋ ਆਪਣੇ ਖਿਲਾਫ, ਤੁਹਾਡੇ ਖਿਲਾਫ ਪਿਤਾ ਜੀ ਔਰੰਗਜ਼ੇਬ ਨੇ ਬਗਾਵਤ ਦਾ ਝੰਡਾ ਚੁੱਕਿਆ ਹੈ, ਤੁਸੀਂ ਉਸ ਦੀ ਬਗਾਵਤ ਨੂੰ ਕੁਚਲੋ। ਚੌਪਾਈ ਸੁਤ ਕੋ ਸਮਝਾਵਨ ਹਿਤ ਕਹਿਓ। ਦਾਰਾ ਸ਼ਿਕੋ ਦੀ ਗੱਲ ਸੁਣ ਕੇ ਸ਼ਾਹਜਹਾਨ ਉਸ ਨੂੰ ਸਮਝਾਉਣ ਵਾਸਤੇ ਕਹਿੰਦਾ ਹੈ, ਨੌ ਰੰਗ ਦੁਰ ਬੁੱਧੀ ਵੱਡ ਲਹਿਓ। ਦੇਖ ਪੁੱਤਰ ਦਾਰਾ ਸ਼ਿਕੋ, ਔਰੰਗਜ਼ੇਬ ਖੋਟੀ ਬੁੱਧੀ ਵਾਲਾ ਹੈ, ਉਹਦੀ ਬਿਰਤੀ ਰਾਖਸ਼ਾਂ ਵਾਲੀ ਹੈ, ਉਹ ਧਰਮੀ ਇਨਸਾਨ ਨਹੀਂ ਹੈ। ਉਹ ਲੋਕਾਂ ਉੱਤੇ ਜ਼ੁਲਮ ਕਰਦਿਆਂ ਹੋਇਆਂ, ਉਹ ਲੋਕਾਂ ਨੂੰ ਸਜ਼ਾ ਤਸੀਹੇ ਦਿੰਦਿਆਂ ਹੋਇਆਂ ਮਨ ਦੇ ਵਿੱਚ ਜਰਾ ਵੀ ਦਰੇਗ ਨਹੀਂ ਕਰਦਾ ਤੇ ਆਪਣੇ ਬਗਾਨੇ ਨੂੰ ਮਾਰਨ ਲੱਗਿਆ ਦੇਰੀ ਨਹੀਂ ਕਰਦਾ। ਕੁਟਲ ਮਹਾਹਟ ਕਰਨ ਅਰੂੜਾ। ਉਹ ਬੜਾ ਕੁਟਲ ਬਿਰਤੀ ਵਾਲਾ, ਦਿਲ ਦਾ ਖੋਟਾ ਹੈ, ਉਹਦੇ ਮਨ ਦੇ ਵਿੱਚ ਹਰ ਵੇਲੇ ਬੁਰੇ ਵਿਚਾਰ ਹੀ ਚੱਲਦੇ ਰਹਿੰਦੇ ਹਨ ਤੇ ਹੱਠ ਕਰਕੇ, ਜਿੱਦ ਕਰਕੇ ਉਹ ਆਪਣੀ ਗੱਲ ਮਨਾਉਂਦਾ ਹੈ। ਛਲ ਬਲ ਵਿਖੈ ਅਧਿਕ ਮਤ ਮੂੜਾ। ਤੇ ਛਲ ਬਲ ਕਰਨੇ, ਧੋਖਾ ਕਰਨਾ, ਬੇਈਮਾਨੀ ਕਰਨੀ ਦੂਜਿਆਂ ਦੇ ਨਾਲ, ਇਹਦੇ ਵਿੱਚ ਉਹ ਬੜਾ ਹੁਸ਼ਿਆਰ ਹੈ। ਤੋਹੇ ਸੁਭਾਵ ਸਰਲ ਮ੍ਰਿਦ ਰੂਰਾ। ਦੇਖੇ ਬੇਟਾ, ਤੇਰਾ ਸੁਭਾਅ ਜਿਹੜਾ ਹੈ ਉਹ ਬੜਾ ਕੋਮਲ, ਮਧੁਰ ਤੇ ਸਾਰਿਆਂ ਨਾਲ ਮਿਲ ਵਰਤਣ ਵਾਲਾ ਹੈ, ਸਰਲ ਸੁਭਾਅ ਹੈ। ਮੈਂ ਸਮਝਦਾ ਹਾਂ ਵੀ ਤੂੰ ਔਰੰਗਜ਼ੇਬ ਦੇ ਸਾਹਮਣੇ ਕੁਛ ਵੀ ਨਹੀਂ, ਉਹ ਬਹੁਤ ਚਲਾਕ ਹੁਸ਼ਿਆਰ ਹੈ। ਜਾਂ ਤੇ ਟਰੇ ਰਹੋ ਨਹ ਜਾਹੂ। ਇਸ ਕਰਕੇ ਪੁੱਤਰ ਟਲੇ ਰਹੋ ਤੇ ਤੁਸੀਂ ਲੜਾਈ ਵਾਲਾ ਮਾਹੌਲ ਭਰਾਵਾਂ ਵਿੱਚ ਨਾ ਬਣਾਓ। ਆਏ ਤਾਂ ਆਵਨ ਦੇਹ ਉਤਰਾਹੂ। ਤੇ ਜੇ ਆਉਂਦਾ ਤੇ ਇੱਥੇ ਆਉਣ ਦਿਓ, ਸਾਡੇ ਕੋਲ ਆਵੇਗਾ, ਗੱਲਬਾਤ ਕਰਕੇ ਉਹਨੂੰ ਪਿਆਰ ਨਾਲ ਸਮਝਾ ਬੁਝਾ ਕੇ ਉਹਨੂੰ ਟਾਲਣ ਦੀ ਕੋਸ਼ਿਸ਼ ਕਰ ਲਵਾਂਗੇ। ਲੜਾਈ ਕਰਕੇ ਖੂਨ ਖਰਾਬਾ ਹੋਵੇਗਾ ਤੇ ਨੁਕਸਾਨ ਜ਼ਿਆਦਾ ਹੋਵੇਗਾ। ਦਾਰ ਸ਼ਿਕੋ ਸੁਨਤ ਨਹਿ ਮਾਨੀ। ਪਰ ਦਾਰਾ ਸ਼ਿਕੋ ਨੇ ਆਪਣੇ ਪਿਤਾ ਦੀ ਇਹ ਗੱਲ ਮੰਨੀ ਨਹੀਂ। ਉਸ ਨੂੰ ਪਤਾ ਸੀ ਕਿ ਇਹ ਗੱਲਾਂ ਬਾਤਾਂ ਨਾਲ ਔਰੰਗਜ਼ੇਬ ਨਰਮ ਨਹੀਂ ਹੋਣ ਲੱਗਾ। ਹੱਥਾਂ ਬਾਝ ਕਰਾਰਿਆਂ ਵੈਰੀ ਹੋਣ ਨਾ ਮਿੱਤ। ਜਿੰਨਾ ਚਿਰ ਦੁਸ਼ਮਣ ਨੂੰ ਕਰੜੇ ਹੱਥ ਨਾ ਲਾਈਏ ਉਹ ਮਿੱਤਰ ਨਹੀਂ ਬਣਦਾ। ਸੋ ਉਹ ਜਿਹੜਾ ਖਾਸ ਕਰਕੇ ਔਰੰਗਜ਼ੇਬ ਹੈ, ਉਹ ਕਿਸੇ ਦੇ ਹੱਥ ਜੋੜਿਆਂ, ਮਿੰਨਤਾਂ ਤਰਲੇ ਕੀਤਿਆਂ, ਮਿੱਠੀਆਂ ਗੱਲਾਂ ਕਰਿਆਂ ਮੰਨਣ ਵਾਲਾ ਨਹੀਂ ਹੈ। ਪਦਰ ਸਾਥ ਇਮ ਭਾਖਤ ਬਾਨੀ। ਤੇ ਦਾਰਾ ਸ਼ਿਕੋ ਆਪਣੇ ਪਿਓ ਸ਼ਾਹਜਹਾਨ ਨੂੰ ਇਸ ਤਰ੍ਹਾਂ ਕਹਿਣ ਲੱਗਾ, ਇਹਾਂ ਆਏ ਜੇ ਕਰਹਿ ਕੁਚਾਲਾ। ਦੇਖੋ ਅੱਬਾ ਜਾਨ, ਤੁਸੀਂ ਕਹਿੰਦੇ ਹੋ ਵੀ ਔਰੰਗਜ਼ੇਬ ਨੂੰ ਇੱਥੇ ਆਉਣ ਦਿਓ। ਜੇ ਕਿਤੇ ਆਗਰੇ ਪਹੁੰਚ ਗਿਆ ਤੇ ਇੱਥੇ ਆ ਕੇ ਉਹਨੇ ਕੋਈ ਘੱਟ ਨਹੀਂ ਗੁਜ਼ਾਰਨੀ, ਉਹਨੇ ਕੋਈ ਸੁੱਖ ਨਾਲ ਟਾਈਮ ਨਹੀਂ ਲੰਘਾਉਣਾ। ਜਿਹੜਾ ਫੌਜਾਂ ਲੈ ਕੇ ਆ ਰਿਹਾ, ਤੁਸੀਂ ਉਹਨੂੰ ਦੱਖਣ ਦਾ ਰਾਜਾ ਬਣਾਇਆ, ਦੱਖਣ ਦੇ ਵਿੱਚ ਉੱਥੋਂ ਦੀ ਹਕੂਮਤ ਦਿੱਤੀ ਹੈ, ਫਿਰ ਵੀ ਉਹਨੂੰ ਸਬਰ ਨਹੀਂ ਆਇਆ ਤੇ ਉਹ ਦਿੱਲੀ ਦੇ ਤਖਤ ਨੂੰ ਖੋਹਣ ਵਾਸਤੇ ਤੁਹਾਡੇ ਤੇ ਹਮਲਾ ਕਰ ਰਿਹਾ ਹੈ। ਜੇ ਕਿਤੇ ਦਿੱਲੀ ਆਗਰੇ ਪਹੁੰਚ ਗਿਆ ਫਿਰ ਉਹ ਤਖਤ ਖੋਹੇਗਾ, ਉਹ ਸਾਡੇ ਨਾਲ ਕਿਸੇ ਤਰ੍ਹਾਂ ਦਾ ਲਿਹਾਜ਼ ਨਹੀਂ ਰੱਖੇਗਾ। ਪੁਨਹ ਚਲੇ ਕਿਆ ਬਸ ਤਿਸ ਨਾਲਾ। ਫਿਰ ਉਹਦੇ ਨਾਲ ਕੀ ਵਸ ਚੱਲਣਾ, ਕੀ ਜ਼ੋਰ ਚੱਲਣਾ ਜਦੋਂ ਉਹ ਚੜ੍ਹ ਕੇ ਹੀ ਆ ਗਿਆ। ਅਬ ਮੈਂ ਜਾਏ ਅਗਾਰੀ ਤਹਾਂ। ਕਿਉਂਕਿ ਰਣਨੀਤੀ, ਰਾਜਨੀਤੀ, ਜੰਗ ਨੀਤੀ ਇਹ ਕਹਿੰਦੀ ਹੈ ਜੇ ਦੁਸ਼ਮਣ ਚੜ੍ਹ ਕੇ ਆ ਰਿਹਾ ਹੋਵੇ ਉਹਨੂੰ ਆਪਣੇ ਘਰ ਦੇ ਨੇੜੇ ਨਹੀਂ ਅੱਪੜਨ ਦੇਈਦਾ, ਉਹਨੂੰ ਰਸਤੇ 'ਚ ਰੋਕ ਲਈਦਾ, ਉਹਦੀ ਤਾਕਤ ਘਟਾ ਦੇਈਦੀ ਹੈ
ਜੇ ਉਹਦੀ ਅੱਧੀ ਪਚੱਧੀ ਫੌਜ ਉੱਥੇ ਮਾਰੀ ਜਾਵੇ, ਫਿਰ ਉਹ ਆਗਰੇ ਪਹੁੰਚੇ, ਫਿਰ ਉਹਦੀ ਤਾਕਤ ਹੋਰ ਘਟਾਈ ਜਾ ਸਕਦੀ ਹੈ। ਪਰ ਜੇ ਆਪਾਂ ਇੱਥੇ ਬੈਠੇ ਤੇ ਉਹ ਬੜੇ ਆਰਾਮ ਨਾਲ ਸਾਡੀ ਜੂਹ ਵਿੱਚ ਵੜ ਗਿਆ, ਸਾਡੇ ਕੋਲ ਆ ਗਿਆ, ਸਾਨੂੰ ਉਹਨੇ ਨੱਪ ਲਿਆ, ਫਿਰ ਆਪਾਂ ਕੁਝ ਨਹੀਂ ਕਰ ਸਕਾਂਗੇ। ਰੋਕਵ ਚੰਬਲ ਸਲਤਾ ਜਹਾਂ। ਮੈਨੂੰ ਚਾਹੀਦਾ ਅੱਗੇ ਜਾਣਾ। ਅੱਬਾ ਜੀ ਤੁਸੀਂ ਬੈਠੋ, ਇੱਥੇ ਰਹੋ, ਤੁਸੀਂ ਬਿਮਾਰ ਹੋ ਤੇ ਮੈਂ ਜਾਂਦਾ ਹਾਂ। ਇਹ ਕਹਿ ਕੇ ਕਿ ਮੈਂ ਚੰਬਲ ਦੀ ਨਦੀ ਰੋਕਾਂਗਾ। ਸਾਧ ਸੰਗਤ ਜੀ, ਆਗਰੇ ਤੋਂ ਲਗਭਗ 50-60 ਕਿਲੋਮੀਟਰ ਅੱਗੇ ਚੰਬਲ ਦੀ ਘਾਟੀ ਹੈ, ਜਿੱਥੇ ਇੱਕ ਬਹੁਤ ਵੱਡਾ ਦਰਿਆ ਚੰਬਲ ਚੱਲਦਾ ਹੈ। ਬਹੁਤ ਡੂੰਘਾ ਦਰਿਆ ਹੈ। ਉਹਦੇ ਆਲੇ ਦੁਆਲੇ ਜਿੱਥੋਂ ਤੱਕ ਅਸੀਂ ਵੇਖਿਆ 40-50 ਮੀਲ ਦੇ ਵਿੱਚ ਇੱਕ ਘਾਟੀ ਹੈ, ਨਿੱਕੀਆਂ ਨਿੱਕੀਆਂ ਪਹਾੜੀਆਂ ਮਿੱਟੀ ਦੀਆਂ। ਉਹਦੇ ਵਿੱਚ ਡਾਕੂ ਲੋਕ ਸਦੀਆਂ ਤੋਂ ਰਹਿੰਦੇ ਹਨ। ਆ ਪਿੱਛੇ ਜੀ ਇੱਕ ਫੂਲਨ ਦੇਵੀ ਨਾਮ ਦੀ ਡਾਕੂ ਵੀ ਉੱਥੇ ਰਹੀ ਹੈ। ਉਸ ਤੋਂ ਪਹਿਲਾਂ ਬੜੇ ਬੜੇ ਡਾਕੂਆਂ ਦਾ ਜ਼ਿਕਰ ਅੰਗਰੇਜ਼ਾਂ ਦੇ ਵੇਲੇ ਵੀ ਚੰਬਲ ਦੀ ਘਾਟੀ 'ਚ ਮਿਲਦਾ ਹੈ। ਬਹੁਤ ਪੁਰਾਣੀ ਘਾਟੀ, ਲੱਖਾਂ ਸਾਲਾਂ ਤੋਂ ਉਹ ਡਾਕੂਆਂ ਦੀ ਜਿਹੜੇ ਕ੍ਰਾਈਮ ਪੇਸ਼ਾ ਜਿਹੜੇ ਲੋਕ ਹਨ, ਜਰਾਇਮ ਪੇਸ਼ਾ, ਉਹਨਾਂ ਦੀ ਉਹ ਛੁਪਣਗਾਹ ਹੈ। ਵਿੱਚ ਦਰਿਆ ਵਗਦਾ, ਦੋਵੇਂ ਪਾਸੇ ਘਾਟੀ ਹੈ। ਸੋ ਉੱਥੇ ਘਾਟੀ 'ਤੇ ਮੈਂ ਜਾਵਾਂਗਾ ਤੇ ਔਰੰਗਜ਼ੇਬ ਨੂੰ ਰੋਕਾਂਗਾ। ਸ਼ਾਹ ਜਹਾਂ ਸੁਨ ਰਹਿਓ ਹਟਾਏ। ਇਹ ਗੱਲ ਸੁਣ ਕੇ ਸ਼ਾਹਜਹਾਨ ਨੇ ਉਹਨੂੰ ਰੋਕਿਆ, ਹਟਾਇਆ ਕਿ ਦਾਰਾ ਸ਼ਿਕੋ, ਔਰੰਗਜ਼ੇਬ ਨੂੰ ਰੋਕਣਾ ਤੇਰੇ ਵੱਸ ਦੀ ਗੱਲ ਨਹੀਂ ਹੈ। ਦਾਰ ਸ਼ਿਕੋ ਨ ਮਨ ਮੈਂ ਲਿਆਹੇ। ਪਰ ਦਾਰਾ ਸ਼ਿਕੋ ਨੇ ਆਪਣੇ ਪਿਓ ਦੀ ਸਿੱਖਿਆ ਦੀ ਪਰਵਾਹ ਨਹੀਂ ਕੀਤੀ। ਉਹਨੂੰ ਇਹ ਸੀ ਵੀ ਦੁਸ਼ਮਣ ਨੂੰ ਰੋਕਣਾ ਹੀ ਚਾਹੀਦਾ। ਜੇ ਦੁਸ਼ਮਣ ਬਣ ਕੇ ਆ ਰਿਹਾ, ਜੇ ਉਹਨੂੰ ਨਾ ਰੋਕਿਆ, ਉਹ ਘਰ ਆ ਵੜਿਆ, ਤੇ ਫਿਰ ਸਾਡਾ ਕੋਈ ਚਾਰਾ ਨਹੀਂ ਚੱਲੇਗਾ। ਬਜਵਾਇਬ ਕਹਿ ਕੂਚ ਨਗਾਰਾ। ਸੋ ਰਾਜੇ ਦਾਰਾ ਸ਼ਿਕੋ ਨੇ ਵਲੀ ਐਦ ਹਿੰਦੁਸਤਾਨ ਦਾ ਜੋ ਬਣਿਆ ਸੀ, ਉਸ ਨੇ ਕੂਚ ਦਾ ਨਗਾਰਾ ਵਜਾ ਦਿੱਤਾ। ਸਭ ਉਮਰਾਵਨ ਕਰਕੇ ਤਿਆਰਾ। ਵੱਡੇ ਵੱਡੇ ਜਰਨਲ, ਕਰਨਲ, ਉਮਰਾਵ, ਫੌਜ ਦੇ ਸੈਨਾਪਤੀ, ਸੂਰਬੀਰ ਯੋਧੇ, ਉਹਨਾਂ ਨੂੰ ਤਿਆਰ ਕੀਤਾ ਵੀ ਚਲੋ ਮੇਰੇ ਨਾਲ, ਆਪਾਂ ਚੰਬਲ ਦੀ ਘਾਟੀ ਵਿੱਚ, ਚੰਬਲ ਦਰਿਆ ਦੇ ਉੱਤੇ ਔਰੰਗਜ਼ੇਬ ਦਾ ਰਸਤਾ ਰੋਕੀਏ। ਗਜ ਬਾਜਨ ਪਰ ਪੱਖਰ ਡਾਰੀ। ਸਾਧ ਸੰਗਤ ਜੀ, ਘੋੜਿਆਂ ਦੇ ਉੱਤੇ ਕਾਠੀਆਂ ਪਾਈਆਂ ਗਈਆਂ, ਹਾਥੀਆਂ ਤੇ ਅੰਬਾਰੀਆਂ ਹੌਦੇ ਸਜਾਏ ਗਏ। ਪੈਦਲ ਜੁਗਤ ਬਾਹਨੀ ਭਾਰੀ। ਪੈਦਲ ਫੌਜਾਂ ਤਿਆਰ ਹੋਈਆਂ ਜੰਗ ਦੇ ਵਾਸਤੇ, ਕਮਰ ਕਸੇ ਕਰਕੇ। ਚਲੇ ਉਮੜ ਕਰ ਲਸ਼ਕਰ ਐਸੇ। ਇਹ ਬੜਾ ਭਾਰੀ ਲਾਓ ਲਸ਼ਕਰ ਉਮੜ ਕੇ ਚੱਲਿਆ ਹੈ। ਕਿਆਮਤ ਮਹਿ ਸਲਤਾ ਪਤ ਜੈਸੇ। ਜਿਵੇਂ ਕਹਿੰਦੇ ਨੇ ਕਿਆਮਤ ਦੇ ਵਿੱਚ ਸਮੁੰਦਰ ਉਛਲਦਾ। ਕਵੀ ਜੀ ਉਪਮਾ ਦੇ ਰਹੇ ਨੇ ਵੀ ਜਦੋਂ ਕਿਆਮਤ ਦਾ ਦਿਨ ਆਵੇਗਾ, ਪਰਲੋ ਆਵੇਗੀ, ਜਲ ਪਰਲੋ, ਤੇ ਉਦੋਂ ਸਮੁੰਦਰ ਉਛਲ ਕੇ ਸਾਰੀ ਧਰਤੀ ਨੂੰ ਢੱਕ ਲਵੇਗਾ। ਇੱਦਾਂ ਕਹਿੰਦੇ ਨੇ, ਪਹਿਲਾਂ ਵੀ ਕਈ ਵਾਰੀ ਹੋਇਆ, ਤੇ ਇਹਨੂੰ ਜਲ ਪਰਲੋ ਕਹਿੰਦੇ। ਪਰਲੋ ਕਈ ਪ੍ਰਕਾਰ ਦੀ ਹੈ। ਇੱਕ ਜਲ ਪਰਲੋ ਹੈ, ਇੱਕ ਅਗਨੀ ਪਰਲੋ ਹੈ, ਇੱਕ ਸਾਧ ਸੰਗਤ ਜੀ ਭੁਚਾਲ ਦੇ ਨਾਲ ਧਰਤੀ ਦੇ ਉੱਤੇ ਨੁਕਸਾਨ ਹੁੰਦਾ ਹੈ। ਕਈ ਪ੍ਰਕਾਰ ਦੀ ਭੁੱਖਮਰੀ ਪੈ ਜਾਣੀ, ਕਾਲ ਪੈ ਜਾਣਾ, ਕਈ ਤਰੀਕਿਆਂ ਨਾਲ ਦੁਨੀਆ ਖਤਮ ਹੁੰਦੀ ਹੈ। ਮਹਾਂਮਾਰੀਆਂ ਤੇ ਬਿਮਾਰੀਆਂ ਨਾਲ ਵੀ ਦੁਨੀਆ ਖਤਮ ਹੁੰਦੀ ਹੈ। ਵਾਹਿਗੁਰੂ ਫਿਰ ਬਣਾ ਦਿੰਦਾ ਹੈ। ਜਿਵੇਂ ਸਮੁੰਦਰ ਪਰਲੋ ਦੇ ਸਮੇਂ ਉਮੜਦਾ ਹੈ, ਇਸ ਤਰ੍ਹਾਂ ਆਗਰੇ ਤੋਂ ਦਾਰਾ ਸ਼ਿਕੋ ਦਾ ਲਸ਼ਕਰ ਉਮੜ ਕੇ ਚੱਲਿਆ ਹੈ। ਤੋਪ ਨਕਰ ਜਨ ਬਦਨ ਪਸਾਰਾ। ਜਿਵੇਂ ਸਮੁੰਦਰ ਦੇ ਉਛਲਦੇ ਪਾਣੀ ਵਿੱਚ ਮਗਰਮੱਛ ਵੀ ਹੁੰਦੇ ਨੇ, ਇਸ ਫੌਜਾਂ ਦੇ ਸਮੁੰਦਰ 'ਚ ਵੱਡੀਆਂ ਵੱਡੀਆਂ ਤੋਪਾਂ ਮਗਰਮੱਛ ਦੀ ਤਰ੍ਹਾਂ ਜਾ ਰਹੀਆਂ ਨੇ। ਤੋਮਰ ਗਨ ਪੰਨਗ ਆਕਾਰਾ। ਜਿਵੇਂ ਸਾਧ ਸੰਗਤ ਜੀ ਸਮੁੰਦਰੀ ਪਾਣੀ ਦੇ ਉਛਾਲ ਵਿੱਚ ਵੱਡੇ ਵੱਡੇ ਸੱਪ ਵੀ ਆ ਜਾਂਦੇ ਨੇ। ਕਹਿੰਦੇ ਇਹਦੇ ਵਿੱਚ ਜਿਹੜੇ ਬਰਛੇ ਹਨ, ਉਹ ਸੱਪਾਂ ਵਰਗੇ ਫਣ ਖਿਲਾਰ ਕੇ ਜਾ ਰਹੇ ਹਨ। ਕਹਾਂ ਲਗੇ ਬਰਨੋ ਬਿਦਸਾਰੀ। ਕਵੀ ਜੀ ਕਹਿੰਦੇ ਮੈਂ ਕਿੱਥੋਂ ਤੱਕ ਵਰਣਨ ਕਰਾਂ। ਹਿੰਦੁਸਤਾਨ ਦੇ ਬਾਦਸ਼ਾਹ ਦੀ ਚੜ੍ਹਾਈ ਹੈ, ਕੋਈ ਛੋਟੀ ਮੋਟੀ ਗੱਲ ਨਹੀਂ।
ਕੋਈ ਛੋਟੀ ਮੋਟੀ ਮੁਹਿੰਮ ਨਹੀਂ, ਵੱਡੀਆਂ ਫੌਜਾਂ ਵੱਡੀਆਂ ਤਾਕਤਾਂ ਲੜਨ ਚੱਲੀਆਂ ਨੇ। ਸਨੈ ਸਨੈ ਚੱਲ ਪੰਥ ਮਝਾਰੀ, ਸਹਿਜੇ ਸਹਿਜੇ ਇਹ ਤੁਰ ਪਏ ਨੇ, ਆਗਰੇ ਸ਼ਹਿਰ ਤੋਂ ਨਿਕਲੇ ਨੇ। ਚੰਬਲ ਸਲਤਾ ਕੂਲ ਬਿਸਾਲਾ, ਆਗਰੇ ਤੋਂ 50-60 ਮੀਲ ਦੀ ਦੂਰੀ ਤੇ ਜਾਂ ਕਿਲੋਮੀਟਰ ਦੀ ਦੂਰੀ ਤੇ ਸਾਧ ਸੰਗਤ ਜੀ ਧੌਲਪੁਰ ਤੋਂ ਅਗਲੇ ਪਾਸੇ ਚੰਬਲ ਨਦੀ ਆ ਜਾਂਦੀ ਹੈ। ਬਹੁਤ ਵੱਡੀ ਡੂੰਘੀ ਨਦੀ ਹੈ। ਦਾਸ ਨੇ ਤਾਂ ਕਈ ਵਾਰੀ ਉੱਥੋਂ ਪੈਦਲ ਵੀ ਲੰਘੇ ਆ, ਗੱਡੀਆਂ ਤੇ ਵੀ ਲੰਘੇ ਆ, ਬਈ ਉਹ ਇਹੋ ਜਿਹੀ ਥਾਂ ਹੈ। ਤੇ ਉਹ 50-60-100 ਫੁੱਟ ਕਹਿ ਲਓ ਵੀ ਪੁਲ ਤੋਂ ਥੱਲੇ ਪਾਣੀ ਦਿਸਦਾ, ਇੰਨੀ ਡੂੰਘੀ ਨਦੀ ਹੈ। ਉਹ ਜਿਹੜੀ ਚੰਬਲ ਦੀ ਨਦੀ ਹੈ, ਤਹਾਂ ਪਹੁੰਚ ਡੇਰਾ ਸਭ ਘਾਲਾ, ਉੱਥੇ ਜਾ ਕੇ ਡੇਰਾ ਕਰ ਲਿਆ। ਇਹ ਇੱਕ ਪਾਸੇ ਉਧਰੋਂ ਪਰਲੇ ਪਾਸਿਓਂ ਫੌਜ ਆ ਰਹੀ ਸੀ ਔਰੰਗਜ਼ੇਬ ਦੀ, ਤੇ ਉਰਲਾ ਕਿਨਾਰਾ ਜਿਹੜਾ ਹੈ ਬਹੁਤ ਲੰਮੀ ਫੌਜਾਂ ਨੇ ਘੇਰ ਲਿਆ। ਨਦੀ ਦੇ ਉੱਤੇ ਮੋਰਚੇ ਲਾਤੇ, ਤੋਪਾਂ ਬੀੜਤੀਆਂ, ਕਿਉਂਕਿ ਉਹਨਾਂ ਨੂੰ ਸੀਗਾ ਵੀ ਇੱਥੋਂ ਔਰੰਗਜ਼ੇਬ ਜਦੋਂ ਪਾਰ ਲੰਘਣ ਲੱਗੇਗਾ ਅਸੀਂ ਦਰਿਆ ਦੇ ਵਿੱਚ ਹੀ ਉਹਦੀਆਂ ਫੌਜਾਂ ਗਾਲ ਦਿਆਂਗੇ, ਗਰਕ ਕਰ ਦਿਆਂਗੇ। ਪਾਣੀ ਨੂੰ ਪਾਰ ਕਰਨ ਲੱਗਿਆਂ ਬੇਵੱਸ ਹੋਣਗੇ, ਤੋਪਾਂ ਚਲਾਵਾਂਗੇ। ਰਾਹ ਰੋਕਣ ਲਈ ਦਾਰਾ ਸ਼ਿਕੋਹ ਨੇ ਚੰਬਲ ਨਦੀ ਦਾ ਕਿਨਾਰਾ ਮੱਲ ਲਿਆ। ਨਿਜ ਬਸ ਨਵਕਾ ਕਰ ਤਕਰਾਈ, ਤੇ ਸਾਰੀਆਂ ਕਿਸ਼ਤੀਆਂ ਬੇੜੀਆਂ ਆਪਣੇ ਕਾਬੂ ਕਰ ਲਈਆਂ। ਜਿੰਨੇ ਵੀ ਮਲਾਹ ਸੀ ਉਹਨਾਂ ਨੂੰ ਕਹਿਤਾ ਵੀ ਬਾਦਸ਼ਾਹ ਦਾ ਹੁਕਮ ਹੈ, ਤੁਸੀਂ ਪਰਲੇ ਪਾਸੇ ਜਾਣਾ ਹੀ ਨਹੀਂ। ਉਧਰੋਂ ਸਾਰੀਆਂ ਬੇੜੀਆਂ ਚੁੱਕ ਕੇ ਉਹਨਾਂ ਲੈ ਆਂਦੀਆਂ, ਤੇ ਜੇ ਕੋਈ ਇੱਕ ਅੱਧੀ ਬੇੜੀ ਪਾਰ ਰਾਹਗੀਰਾਂ ਵਾਸਤੇ ਰੱਖੀ, ਉਹਨਾਂ ਨੂੰ ਕਹਿਤਾ ਵੀ ਬੇੜੀ ਉਤਾਰਦਿਆਂ ਸਾਰੇ ਇੱਧਰ ਲੈ ਆਉਣੀ ਹੈ। ਬੇੜੀ ਕੋਈ ਵੀ ਉੱਧਰ ਨਹੀਂ ਚਾਹੀਦੀ, ਤਾਂ ਕਿ ਜੇ ਦੁਸ਼ਮਣ ਆਵੇ ਤੇ ਤੁਹਾਡੀਆਂ ਬੇੜੀਆਂ ਖੋਹ ਕੇ ਪਾਰ ਨਾ ਲੰਘ ਸਕੇ। ਪਾਏ ਆਪ ਤਿਗ ਟੁਜਨੀ ਛਾਈ, ਔਰ ਸਾਰੀ ਫੌਜ ਜਿੰਨੀ ਸਾਧ ਸੰਗਤ ਜੀ ਹਿੰਦੁਸਤਾਨ ਦੇ ਬਾਦਸ਼ਾਹ ਸ਼ਾਹਜਹਾਨ ਦੀ ਫੌਜ ਗਈ ਸੀ, ਉਹਨੇ ਚੰਬਲ ਦਾ ਉਰਲਾ ਪਾਸਾ ਜਿਹੜਾ ਚੰਬਲ ਦਾ ਕਹਿ ਲਈਏ ਵੀ ਪੂਰਬੀ ਪਾਸਾ ਹੈ, ਉਹ ਉੱਤਰੀ ਪਾਸਾ ਦੱਬ ਲਿਆ, ਤੇ ਦੱਖਣੀ ਪਾਸੇ ਵੱਲੋਂ ਫੌਜਾਂ ਆ ਰਹੀਆਂ ਸਨ। ਬੰਦੋਬਸਤ ਸਰਤਾ ਕਹੋ ਠਾਨਿਓ, ਇਹ ਨਦੀ ਦਾ ਬੰਦੋਬਸਤ ਦਾਰਾ ਸ਼ਿਕੋਹ ਨੇ ਕਰ ਲਿਆ, ਕਬਜ਼ੇ 'ਚ ਕਰ ਲਈ ਨਦੀ ਸਾਰੀ। ਨਦੀ ਦੇ ਕਿਨਾਰੇ ਤੇ ਥਾਂ ਥਾਈਂ ਫੌਜਾਂ ਨੇ ਮੋਰਚੇ ਬੰਦੀ ਕਰ ਲਈ। ਰੋਕੈ ਇਹ ਨਾ ਦੇ ਤਿਸ ਜਾਣਿਓ, ਇੱਥੇ ਰੋਕਾਂਗੇ ਅਸੀਂ ਔਰੰਗਜ਼ੇਬ ਨੂੰ, ਇੱਥੋਂ ਅੱਗੇ ਨਹੀਂ ਜਾਣ ਦਿਆਂਗੇ ਔਰੰਗਜ਼ੇਬ ਨੂੰ। ਇਸ ਤਰ੍ਹਾਂ ਦਾਰਾ ਸ਼ਿਕੋਹ ਨੇ ਬੜੇ ਪੱਕੇ ਮੋਰਚੇ ਲਾਏ ਨੇ। ਇਮਤੈ ਰਹਿਓ ਠਾਨ ਤਕਰਾਈ, ਇਸ ਤਰ੍ਹਾਂ ਤਕੜਾਈ ਕਰਕੇ ਦਾਰਾ ਸ਼ਿਕੋਹ ਬੈਠ ਗਿਆ ਹੈ। ਰਿਤ ਗ੍ਰੀਖਮ ਕੀ ਬਹੁ ਤਪਤਾਈ, ਤੇ ਮੌਸਮ ਗਰਮੀ ਦਾ ਸੀਗਾ। ਉੱਥੇ ਤਾਂ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ। ਕਦੀ ਆਗਰੇ ਗਰਮੀ ਦੇ ਵਿੱਚ ਜਾਓ ਤੁਸੀਂ, ਵੈਸੇ ਤਾਂ ਪੰਜਾਬ 'ਚ ਵੀ ਪੈਂਦੀ ਹੈ, ਪਰ ਉਹ ਇਲਾਕਾ ਕਿਉਂਕਿ ਰੇਤਲਾ ਜਿਹਾ ਵੀ ਹੈ ਵਿੱਚ ਕਿਤੇ ਕਿਤੇ, ਤੇ ਜੰਗਲ ਜਿਹਾ ਵੀ ਆਲੇ ਦੁਆਲੇ। ਪਰਲੇ ਪਾਸੇ ਚੰਬਲ ਦੀ ਘਾਟੀ ਹੈ, ਦਰਖਤ ਉੱਥੇ ਬਹੁਤ ਘੱਟ ਹਨ, ਜੇ ਹਨ ਤਾਂ ਛੋਟੇ ਹਨ। ਗਰਮੀ ਦੀ ਮੌਸਮ ਤੇ ਨਦੀ ਦਾ ਕਿਨਾਰਾ, ਬੜੀ ਮੁਸ਼ਕਲ ਹੋਈ ਹੈ ਫੌਜ ਨੂੰ। ਦੁਸਹਾ ਉਮਰਾਵਨ ਕਹੋ ਤੇਈ, ਜਿਹੜੇ ਦਿੱਲੀ ਦੇ ਸ਼ਰਦਖਾਨਿਆਂ ਵਿੱਚ ਰਹਿਣ ਵਾਲੇ ਉਮਰਾਵ ਸਨ, ਅਫਸਰ ਸਨ, ਉਹ ਗਰਮੀ 'ਚ ਕਦੀ ਬਾਹਰ ਨਿਕਲਦੇ ਨਹੀਂ। ਉਹਨਾਂ ਵਾਸਤੇ ਦੁਸਹਿ ਹੋ ਗਈ ਗਰਮੀ। ਉਹ ਵਿਚਾਰੇ ਤੰਬੂਆਂ ਵਿੱਚ ਭੁੱਜ ਰਹੇ ਹਨ। ਰਹਿਤ ਸਰਦ ਖਾਨਾ ਮਹਜੇਈ, ਜਿਹੜੇ ਗਰਮੀਆਂ ਵਿਸਾਖੀ ਤੋਂ ਲੈ ਕੇ ਦੀਵਾਲੀ ਤੱਕ ਸ਼ਰਦਖਾਨਿਆਂ 'ਚ ਕੱਟਦੇ ਸੀਗੇ, ਜਿਨ੍ਹਾਂ ਨੇ ਜੇਠ ਹਾੜ ਕਦੀ ਬਾਹਰ ਵੇਖਿਆ ਹੀ ਨਹੀਂ ਸੀ ਫਿਰ ਕੇ, ਉਹ ਵਿਚਾਰੇ ਜੇਠ ਹਾੜ ਦੀ ਲੂ ਦੇ ਵਿੱਚ ਦਰਿਆ ਦੇ ਕੰਢੇ ਤੇ ਭੁੱਜ ਰਹੇ ਹਨ, ਸੜ ਰਹੇ ਹਨ ਅਫਸਰ। ਦੁਖੀ ਹੋਏ ਬਾ ਚਲੇ ਨਾ ਕੋਈ, ਅਫਸਰ ਬੜੇ ਦੁਖੀ ਹਨ, ਬੜੇ ਪਰੇਸ਼ਾਨ ਹਨ, ਬਸ ਕੋਈ ਚੱਲਦਾ ਨਹੀਂ, ਮਜਬੂਰੀ ਹੈ, ਹੁਕਮ ਮੰਨਣਾ ਪੈਣਾ ਸਰਕਾਰ ਦਾ, ਬਾਦਸ਼ਾਹ ਦਾ ਹੁਕਮ ਹੈ। ਕਿਉਂਕਿ ਸ਼ਾਹਜਹਾਨ ਬਾਦਸ਼ਾਹ ਨੇ ਸਾਰੇ ਹੱਕ ਹਕੂਕ ਵਲੀਅ ਦਾਰਾ ਸ਼ਿਕੋਹ ਨੂੰ ਦਿੱਤੇ ਹੋਏ ਸਨ, ਤੇ ਦਾਰਾ ਸ਼ਿਕੋਹ ਇੱਕ ਤਰ੍ਹਾਂ ਦਾ ਬਾਦਸ਼ਾਹ ਸੀ। ਬਾਦਸ਼ਾਹ ਸ਼ਾਹਜਹਾਨ ਤਾਂ ਮੰਜੇ ਤੇ ਪਿਆ ਸੀ, ਉਹਦਾ ਜਿਹਾ ਸੀ ਜਿਹਾ ਨਾ ਸੀ। ਸੋ ਸਾਧ ਸੰਗਤ ਜੀ, ਦਾਰਾ ਸ਼ਿਕੋਹ ਨਾਲ ਆਇਆ, ਬਾਦਸ਼ਾਹ ਨਾਲ ਆਇਆ ਮੁਹਿੰਮ ਤੇ। ਅਫਸਰ ਜਾ ਵੀ ਨਹੀਂ ਸਕਦੇ ਛੱਡ ਕੇ, ਸਾਰਿਆਂ ਨੂੰ ਉੱਥੇ ਰਹਿਣਾ ਪਿਆ। ਤਉ ਦੇ ਮਹਿ ਇਰਖਤ ਹੋਈ, ਮਨ ਦੇ ਵਿੱਚ ਈਰਖਾ ਵੀ ਹੋਈ। ਕਹਿੰਦੇ ਦਾਰਾ ਸ਼ਿਕੋਹ ਪਾਗਲ ਹੈ, ਇਹ ਆਪ ਤਾਂ ਮਰੇਗਾ, ਸਾਨੂੰ ਵੀ ਮਰਵਾਏਗਾ। ਇਮ ਇਨ ਡੇਰਾ ਕੀਨਸ ਤਹ ਜਬ, ਹੁਣ ਕਰ ਕੁਛ ਸਕਦੇ ਨਹੀਂ, ਮੂੰਹ ਤੋਂ ਨਹੀਂ ਬੋਲ ਸਕਦੇ, ਅੰਦਰੋਂ ਅੰਦਰੀ ਈਰਖਾ ਕਰਦੇ ਆ।
ਆਪਣੇ ਬਾਦਸ਼ਾਹ ਨੂੰ ਗਾਲਾਂ ਕੱਢਦੇ ਵੀ ਇਹਨੇ ਸਾਨੂੰ ਕਿੱਥੇ ਮੁਸੀਬਤ 'ਚ ਲਿਆ ਕੇ ਫਸਾਤਾ। ਜੇਠ ਹਾੜ ਦੀ ਗਰਮੀ ਪੈ ਰਹੀ, ਲੂਆਂ ਚੱਲ ਰਹੀਆਂ, ਦਰਖਤ ਕੋਈ ਹੈ ਨਹੀਂ, ਚੰਬਲ ਦੀ ਘਾਟੀ ਦੇ ਉੱਤੇ ਉਹ ਬਸ ਮਾੜੇ ਮੋਟੇ ਤੰਬੂ ਛਾਉਣੀਆਂ ਪਾ ਕੇ ਉੱਥੇ ਬੈਠੇ ਨੇ ਤੇ ਦਰਿਆ ਦਾ ਪਾਣੀ ਪੀਣਾ ਪੈਂਦਾ ਤੇ ਬਸ ਉੱਥੇ ਹੀ ਨਹਾਓ ਧੋਵੋ ਤੇ ਉੱਥੇ ਹੀ ਗਰਮੀ ਦੇ ਵਿੱਚ ਭੁੱਜੋ। ਇਹ ਜ਼ਿੰਦਗੀ ਹੈ, ਬੜੇ ਔਖੇ ਹੋ ਗਏ ਨੇ। ਰਹਿਓ ਆਗਰੇ ਸ਼ਾਹੇ ਜਹਾਂ ਤਬ। ਬਾਦਸ਼ਾਹ ਆਗਰੇ 'ਚ ਬੈਠਾ, ਕਿਉਂਕਿ ਉਹ ਤਾਂ ਮੰਜੇ ਤੇ ਪਿਆ ਹੋਇਆ, ਬਹਿ ਵੀ ਨਹੀਂ ਸਕਦਾ ਸੀ, ਲੰਮਾ ਪਿਆ ਹੀ। ਸਾਧ ਸੰਗਤ ਜੀ, ਉਹ ਮੌਤ ਦੀਆਂ ਘੜੀਆਂ ਗਿਣਦਾ ਸੀ, ਬਿਮਾਰ ਸੀਗਾ ਤੇ ਉਹ ਆਗਰੇ 'ਚ ਬੈਠਾ ਹੈ ਸ਼ਾਹਜਹਾਨ ਬਾਦਸ਼ਾਹ। ਆਗੇ ਤਿਨ ਕੋ ਸੁਨੋ ਪ੍ਰਸੰਗ। ਹੁਣ ਅਗਲੀ ਕਥਾ ਸੁਣੋ ਖਾਲਸਾ ਜੀ। ਮਿਲਿਓ ਮੁਰਾਦ ਬਖਸ਼ ਨੋ ਰੰਗ। ਉਧਰ ਜਿਹੜਾ ਮੁਰਾਦ ਬਖਸ਼ ਗੁਜਰਾਤ ਦਾ ਸੂਬੇਦਾਰ ਸੀ, ਔਰੰਗਜ਼ੇਬ ਉਹਨੂੰ ਜਾ ਕੇ ਮਿਲਿਆ। ਔਰੰਗਜ਼ੇਬ ਵੱਡਾ ਸੀ ਤੇ ਮੁਰਾਦ ਬਖਸ਼ ਛੋਟਾ ਭਰਾ ਸੀ। ਸੱਕੇ ਭਾਈ ਸਨ, 4 ਸਨ, ਦਾਰਾ ਸ਼ਿਕੋ, ਸੁਜਾ ਮੁਹੰਮਦ, ਔਰੰਗਜ਼ੇਬ ਤੇ ਮੁਰਾਦ ਬਖਸ਼। ਮੁਰਾਦ ਬਖਸ਼ ਤੇ ਔਰੰਗਜ਼ੇਬ ਇਕੱਠੇ ਹੋ ਗਏ। ਏਕ ਹੋਏ ਕਰ ਤੁਜਨੀ ਪ੍ਰੇਰੀ। ਇਹਨਾਂ ਨੇ ਇਕੱਠੇ ਹੋ ਕੇ ਫੌਜ ਇਕੱਠੀ ਕੀਤੀ, ਦੋਵਾਂ ਫੌਜਾਂ ਨੂੰ ਇਕੱਠੇ ਕਰ ਲਿਆ ਤੇ ਔਰੰਗਜ਼ੇਬ ਨੇ ਮੁਰਾਦ ਬਖਸ਼ ਨੂੰ ਕਿਹਾ ਕਿ ਭਰਾ, ਮੈਂ ਤਾਂ ਮੱਕੇ ਚਲੇ ਜਾਣਾ ਹੱਜ ਕਰਨ ਵਾਸਤੇ, ਮੈਂ ਰਾਜ ਨਹੀਂ ਕਰਨਾ, ਮੈਂ ਨਹੀਂ ਬਾਦਸ਼ਾਹ ਬਣਨਾ, ਮੈਂ ਤਾਂ ਜ਼ਿੰਦਗੀ ਦੇ ਜਿਹੜੇ ਦਿਨ ਬਾਕੀ ਰਹਿੰਦੇ ਨੇ ਨਾ, ਅੱਲਾ ਦੀ ਬੰਦਗੀ ਕਰਾਂਗਾ ਤੇ ਮੱਕੇ ਜਾ ਕੇ ਕਰਾਂਗਾ, ਰਾਜ ਮੈਂ ਤੈਨੂੰ ਦਵਾਵਾਂਗਾ ਤੇ ਤੂੰ ਮੇਰੇ ਨਾਲ ਰਲ ਜਾ। ਮੁਰਾਦ ਬਖਸ਼ ਇਹਦੀਆਂ ਗੱਲਾਂ 'ਚ ਆ ਗਿਆ। ਐਡਾ ਕਪਟੀ ਸੀਗਾ ਵੀ ਹਰ ਬੰਦੇ ਨੂੰ ਜੋ ਗੱਲ ਕਹਿੰਦਾ ਸੀ ਉਹਨੂੰ ਮਨਾ ਲੈਂਦਾ ਸੀ। ਗੱਲ ਕਰਕੇ ਮਨਾ ਲੈਣੀ ਝੂਠੀ, ਇਹ ਵੀ ਇੱਕ ਕਲਾ ਹੁੰਦੀ ਹੈ। 10ਵੇਂ ਪਾਤਸ਼ਾਹ ਮਹਾਰਾਜ ਨੇ ਜ਼ਫਰਨਾਮੇ 'ਚ ਲਿਖਿਆ, ਔਰੰਗਜ਼ੇਬ ਤੇਰੀਆਂ ਕਸਮਾਂ ਦਾ ਕੋਈ ਇਤਬਾਰ ਨਹੀਂ, ਤੂੰ ਸਿਰ ਤੋਂ ਪੈਰਾਂ ਤੱਕ ਝੂਠ ਬੋਲਣ ਵਾਲਾ ਦਗੇਬਾਜ਼ ਕਪਟੀ ਬੰਦਾ ਹੈ। ਮਰਾ ਐਤਬਾਰੇ ਬਰੀ ਕਸਮ ਨੇਸ ਕਿ ਏਜ ਗਵਾਸਤ ਜਜਦਾਂ ਜਕੇਸ ਨਾ ਕਤਰਹਾ ਮਰਾ ਐਤਬਾਰੇ ਬਰੋਸ ਕਿ ਬਖਸ਼ੀ ਵਾਦੀਵਾਂ ਹਮੈ ਕਿਜਬ ਗੋਸਤ। ਤੇਰੇ ਸਾਰੇ ਦਰਬਾਰੀ ਵੀ ਝੂਠ ਬੋਲਦੇ ਤੇ ਤੂੰ ਵੀ ਝੂਠ ਬੋਲਦਾ ਹੈ। ਇਹੋ ਜਿਹਾ ਇਹ ਝੂਠਾ ਬਾਦਸ਼ਾਹ ਸੀਗਾ। ਆਪਣੇ ਭਰਾ ਮੁਰਾਦ ਬਖਸ਼ ਨੂੰ ਕਹਿੰਦਾ, ਮੁਰਾਦ ਬਖਸ਼ ਮੈਂ ਤਾਂ ਜਾਣਾ ਮੱਕੇ, ਅੱਲਾ ਦੀ ਬੰਦਗੀ ਕਰਾਂਗਾ, ਹੱਜ ਕਰਾਂ, ਉੱਥੇ ਹੀ ਰਹਾਂਗਾ, ਮੈਂ ਮੁੜ ਕੇ ਨਹੀਂ ਆਉਣਾ ਹਿੰਦੁਸਤਾਨ, ਤੇ ਤੂੰ ਮੇਰੇ ਪਿੱਛੋਂ ਰਾਜ ਕਰੇਗਾ, ਮੈਂ ਤੈਨੂੰ ਰਾਜ ਲੈ ਦੇਵਾਂਗਾ, ਤੂੰ ਮੇਰੇ ਨਾਲ ਚੱਲ। ਲਰਬੇ ਕੀ ਦਿੜ ਸੋਜ ਕਨੇਰੀ। ਮੁਰਾਦ ਬਖਸ਼ ਦੀਆਂ ਗੱਲਾਂ 'ਚ ਆ ਗਿਆ। ਉਹਨੇ ਸਾਰੀ ਫੌਜ ਗੁਜਰਾਤ ਦੀ ਇਕੱਠੀ ਕੀਤੀ। ਦੱਖਣ ਤੇ ਗੁਜਰਾਤ ਦੀਆਂ ਫੌਜਾਂ, ਔਰੰਗਜ਼ੇਬ ਤੇ ਮੁਰਾਦ ਬਖਸ਼ ਦੀਆਂ ਫੌਜਾਂ ਇਕੱਠੀਆਂ ਹੋ ਕੇ ਆਪਣੇ ਪਿਓ ਦੇ ਖਿਲਾਫ, ਆਪਣੇ ਭਰਾ ਦੇ ਖਿਲਾਫ ਚੱਲੀਆਂ ਆਈਆਂ। ਤੋਪ ਤੁਪਕ ਰਹਿ ਕਲਾ ਜੰਜੈਲ। ਬੜੀਆਂ ਵੱਡੀਆਂ ਜੰਗੀ ਤੋਪਾਂ, ਰੈਕਲੇ, ਜੰਜੈਲਾਂ, ਹਾਥੀ, ਘੋੜੇ, ਲਾਓ, ਲਸ਼ਕਰ ਇਹ ਦੱਖਣ ਤੋਂ ਚੱਲਿਆ। ਨਦੀਆਂ, ਨਾਲਿਆਂ, ਦਰਿਆਵਾਂ, ਜੂਹਾਂ ਨੂੰ ਪਾਰ ਕਰਦੇ ਹੋਏ ਗਵਾਲੀਅਰ ਦੇ ਇਲਾਕੇ 'ਚ ਆ ਗੱਜੇ ਹਨ। ਬਰਿੰਦ ਜਮੂਰੇ ਤੋਂ ਰਹਿ ਸੈਲ। ਕਹਿੰਦੇ ਇਹੋ ਜਿਹੇ ਜੰਬੂਰੇ ਨੇ, ਇਹੋ ਜਿਹੀਆਂ ਤੋਪਾਂ ਨੇ ਪਹਾੜਾਂ ਨੂੰ ਉਡਾ ਦੇਣ। ਯਾਨੀ ਜਿਹੜੇ ਕਿਲਿਆਂ ਨੂੰ ਤੋੜਨ ਵਾਲੀਆਂ ਤੋਪਾਂ ਹੁੰਦੀਆਂ ਨਾ, ਵੱਡੀਆਂ ਜੰਗੀ ਤੋਪਾਂ, ਉਹ ਔਰੰਗਜ਼ੇਬ ਲੈ ਕੇ ਆਇਆ ਹੈ। ਗੱਜਬਾਜੀ ਆਸੂਦੇ ਕਰਕੇ। ਹਾਥੀ ਘੋੜੇ ਬੜੇ ਜੰਗੇ, ਘੋੜਿਆਂ ਨੂੰ ਚੰਗੀਆਂ ਖੁਰਾਕਾਂ ਦੇਣ ਕੇ ਆਸੂਦੇ ਕੀਤਾ ਹੋਇਆ। ਭਾਵ ਉਹ ਘੋੜੇ ਨੇ ਜਿਹੜੇ 100 ਕੋਹ ਲਗਾਤਾਰ ਦੌੜ ਲੈਣ ਤੇ ਉਹਨਾਂ ਨੂੰ ਦਮ ਨਾ ਚੜੇ ਜਾਂ ਜਿਹੜੇ ਸਾਹ ਕੱਢ ਲੈਣ, ਇੰਨੇ ਜੰਗੀ ਘੋੜੇ, ਜੰਗੀ ਹਾਥੀ ਤੇ ਵੱਡਾ ਸਾਜੋ ਸਮਾਨ ਲੈ ਕੇ। ਸਭ ਜੋਧਾਨ ਤੀਰ ਕਹੋ ਧਰ ਕੇ। ਔਰ ਬੜੇ ਯੋਧੇ, ਬਲੀ ਸੂਰਮੇ, 7-7 ਫੁੱਟੇ ਪਠਾਨ ਤੇ ਮੁਗਲ ਫੌਜ ਦੇ ਵਿੱਚ ਭਰਤੀ ਕੀਤੇ ਔਰੰਗਜ਼ੇਬ ਲੈ ਕੇ ਆਇਆ ਹੈ। ਸਨੇ ਗਮਨਤ ਜਬ ਆਏ। ਇਸ ਤਰ੍ਹਾਂ ਇਹ ਤੁਰਦੇ ਸਾਰੀਆਂ ਨਦੀਆਂ ਨਾਲੇ, ਕਿਉਂਕਿ ਕਿੱਥੇ ਗੁਜਰਾਤ ਤੇ ਕਿਤੇ ਦੱਖਣ, ਤੇ ਗਵਾਲੀਅਰ ਤੱਕ ਪਹੁੰਚਦਿਆਂ ਲਗਭਗ 1.5-2 ਕਿਲੋਮੀਟਰ ਦਾ ਸਫ਼ਰ ਕਰਿਆ ਇਹਨਾਂ ਨੇ। ਗਵਾਲੀਅਰ ਦੇ ਇਲਾਕੇ 'ਚ ਆ ਪਹੁੰਚੇ ਹਨ। ਸਲਤਾ ਕੀ ਸੁਧ ਕੋ ਸੁਨ ਪਾਏ। ਤੇ CID ਵਾਲਿਆਂ ਨੇ, ਜਸੂਸਾਂ ਨੇ ਦੱਸਿਆ ਔਰੰਗਜ਼ੇਬ ਨੂੰ ਵੀ ਕਿੱਥੇ ਚੱਲਿਆ। ਅੱਗੇ ਚੰਬਲ ਦੀ ਘਾਟੀ ਜਿਹੜੀ ਹੈ ਨਾ,
ਚੰਬਲ ਨਦੀ ਦੇ ਉੱਤੇ ਕਬਜ਼ਾ ਕੀਤਾ ਤੇਰੇ ਭਰਾ ਦਾਰਾ ਸ਼ਿਕੋਹ ਨੇ। ਉੱਥੇ ਬਾਦਸ਼ਾਹ ਦੀਆਂ ਫੌਜਾਂ ਤੇਰੇ ਵਾਸਤੇ ਤੋਪਾਂ ਬੀੜ ਕੇ ਬੈਠੀਆਂ ਨੇ। ਜੇ ਤੂੰ ਦਰਿਆ ਦੇ ਨੇੜੇ ਵੀ ਪਹੁੰਚੇਗਾ ਤੁਖਮ ਉਡਾ ਦੇਣਗੇ, ਕੁਛ ਨਹੀਂ ਛੱਡਣਗੇ। ਫਿਕਰਮੰਦ ਬਹੁਤੇ ਹੋਏ ਰਹੇ। ਕਹਿੰਦੇ ਬੜਾ ਫਿਕਰਮੰਦ ਹੋਇਆ ਮੁਰਾਦ ਬਖਸ਼ ਤੇ ਔਰੰਗਜ਼ੇਬ, ਦੋਵੇਂ ਭਰਾ ਸੋਚੀ ਪੈ ਗਏ। ਉਤਰਨ ਘਾਟ ਕਹੂੰ ਨਹਿ ਲਹੇ। ਕੀ ਕਰੀਏ, ਕਿੱਥੋਂ ਪਾਰ ਕਰੀਏ? ਨਦੀ ਵੀ ਬੜੀ ਵੱਡੀ ਹੈ, ਕੋਈ ਮਾੜਾ ਮੋਟਾ ਨਾਲਾ ਨਹੀਂ। ਚੰਬਲ ਦੀ ਨਦੀ ਪਾਰ ਕਰਨੀ ਬੜੀ ਔਖੀ ਹੈ, ਜਿਹੜੀ ਹਾਥੀਆਂ ਨੂੰ ਰੋੜ ਕੇ ਲੈ ਜਾਵੇ। ਵੱਡੀ ਡੂੰਘੀ ਨਦੀ ਹੈ ਤੇ ਇੱਕ ਹਾਥੀ ਘੋੜੇ ਵਿੱਚ ਕਿਵੇਂ ਲੰਘਣਗੇ ਬੇੜਿਆਂ ਤੋਂ ਬਿਨਾਂ? ਬੇੜੇ ਕਹਿੰਦੇ ਸਾਰੇ ਦਾਰਾ ਸ਼ਿਕੋਹ ਦੇ ਕਬਜ਼ੇ ਵਿੱਚ ਹਨ। ਇਹ ਸੋਚਾਂ 'ਚ ਪੈ ਗਏ ਵੀ ਕਿੱਥੋਂ ਪਾਰ ਹੋਈਏ, ਨਦੀ ਪਾਰ ਕਰਨੀ ਜ਼ਰੂਰੀ ਹੈ। ਅਨੇਕ ਯਤਨ ਠਾਨਤ ਮਨ ਮਾਹੀ। ਮਨ ਵਿੱਚ ਬੜੇ ਯਤਨ ਕਰਦੇ ਹਨ, ਉਤਰਨ ਸਲਤਾ ਪਾਵਤ ਨਾਹੀ। ਪਰ ਪਾਰ ਲੰਘਣ ਨੂੰ ਕੋਈ ਰਸਤਾ ਦਿਸਦਾ ਨਹੀਂ ਨਦੀ ਤੋਂ। ਇਹ ਸਾਧ ਸੰਗਤ ਜੀ ਉਰਲੇ ਪਾਸੇ ਜਿੱਥੇ ਧੌਲਪੁਰ ਦਾ ਇਲਾਕਾ ਹੈ, ਇੱਥੇ ਹੀ ਮੇਨ ਜਿਹੜਾ ਰੋਡ ਅੱਜ ਵੀ ਉੱਥੋਂ ਹੀ ਲੰਘਦਾ ਹੈ। ਅੰਗਰੇਜ਼ਾਂ ਨੇ ਪੁਲ ਬਣਾਤੇ, ਪਹਿਲਾਂ ਬੇੜੀਆਂ ਦੇ ਪੁਲ ਹੁੰਦੇ ਸੀ, ਬੇੜੀਆਂ ਨਾਲ ਪਾਰ ਕਰਦੇ ਸੀ ਲੋਕ। ਰਸਤੇ ਤਾਂ ਸਨ ਐਡੇ ਵੱਡੇ ਨਹੀਂ ਸੀ, ਕੱਚੇ ਰਸਤੇ ਸਨ। ਤਾਂ ਉਹ ਰਸਤਾ ਜਿਹੜਾ ਅੱਜ ਕੱਲ੍ਹ ਆਪਾਂ ਆਗਰੇ ਤੋਂ ਗਵਾਲੀਅਰ ਨੂੰ ਜਾਂਦੇ ਹਾਂ, ਉਹ ਜਗ੍ਹਾ ਸਾਰੀ ਬਾਦਸ਼ਾਹੀ ਫੌਜਾਂ ਨੇ ਦੱਬੀ ਹੋਈ ਸੀ। ਤੇ ਉਧਰੋਂ ਔਰੰਗਜ਼ੇਬ ਤੇ ਮੁਰਾਦ ਬਖਸ਼ ਸੋਚਦੇ ਆ ਵੀ ਪਾਰ ਕਿਵੇਂ ਲੰਘੀਏ। ਬਸਨ ਹਾਰਤ ਇਹ ਗ੍ਰਾਮ ਜੋ ਨੇਰੇ। ਔਰੰਗਜ਼ੇਬ ਨੇ 25-30 ਮੀਲ ਪਿੱਛੇ ਹੀ ਡੇਰਾ ਕਰ ਲਿਆ। ਗਵਾਲੀਅਰ ਟੱਪ ਕੇ ਉਹਨੇ ਡੇਰਾ ਕਰ ਲਿਆ ਤੇ ਉਸ ਨੇ ਆਲੇ ਦੁਆਲੇ ਦੇ ਪਿੰਡਾਂ ਦੇ ਸਾਰੇ ਬੰਦੇ ਮੰਗਵਾ ਲਏ। ਕਰੇ ਹਕਾਰਨ ਸੁਮਤ ਜਿਹੇਰੇ। ਜਿਹੜੇ ਉਹਨਾਂ ਇਲਾਕਿਆਂ ਦੇ ਭੇਤੀ ਸਨ, ਬੜੇ ਸਿਆਣੇ ਸਮਝਦਾਰ ਮੰਨੇ ਜਾਂਦੇ ਸਨ, ਰਾਹਾਂ ਦੇ ਖੋਜੀ ਸਨ, ਦਰਿਆਵਾਂ ਦੇ ਪਤਨਾਂ ਦੇ ਵਾਕਫ ਸਨ, ਉਹਨਾਂ ਨੂੰ ਬੁਲਾਇਆ ਹੈ। ਤੇ ਸੋ ਬੂਝਨ ਕੀ ਨਸਰਾਹੂ। ਉਹਨਾਂ ਬੰਦਿਆਂ ਨੂੰ ਰਾਹ ਪੁੱਛਿਆ ਹੈ, ਦੱਸੋ ਬਈ ਸਾਨੂੰ ਨਦੀ ਪਾਰ ਕਰਨ ਵਾਸਤੇ ਕਿਹੜੀ ਥਾਂ ਠੀਕ ਰਹੇਗੀ? ਅਸੀਂ ਨਦੀ ਪਾਰ ਕਰਨੀ ਹੈ, ਚੰਬਲ ਤੋਂ ਪਰੇ ਜਾਣਾ ਹੈ, ਆਗਰੇ ਪਹੁੰਚਣਾ ਹੈ, ਤੇ ਸਾਨੂੰ ਰਸਤਾ ਸਹੀ ਦੱਸੋ। ਬਖਸ਼ਿਓ ਦਰਬ ਅਦਕ ਨਰ ਨਾਹੂ। ਤੇ ਬਾਦਸ਼ਾਹ ਔਰੰਗਜ਼ੇਬ ਨੇ, ਮੁਰਾਦ ਬਖਸ਼ ਨੇ ਉਹਨਾਂ ਮਲਾਹਾਂ ਨੂੰ, ਉਹਨਾਂ ਬੰਦਿਆਂ ਨੂੰ ਪੈਸਾ ਵੀ ਬੜਾ ਸੁੱਟਿਆ, ਇਨਾਮ ਦਿੱਤਾ। ਮੂੰਹ ਮੰਗਿਆ ਇਨਾਮ ਲਵੋ ਤੇ ਸਾਨੂੰ ਸਹੀ ਰਸਤਾ ਦੱਸੋ। ਤੈਨੂੰ ਖੋਜ ਕੈ ਆਨ ਜਨਾਇਬ। ਉਹ ਬੰਦੇ ਪੈਸੇ ਦੇ ਲਾਲਚ ਵਿੱਚ ਆ ਗਏ, ਕੁਝ ਭੇਤੀ ਸਨ, ਉਹਨਾਂ ਨੇ ਕੁਝ ਖੋਜ ਕੱਢ ਲਈ ਤੇ ਆ ਕੇ ਦੱਸਿਆ 20 ਕੋਸ ਇਸ ਤੇ ਮਗ ਪਾਇਬ। ਉਹ ਕਹਿਣ ਲੱਗੇ ਸ਼ਹਿਨਸ਼ਾਹ, ਤੁਸੀਂ ਜੇ ਆਗਰੇ ਜਾਣਾ ਹੈ, ਚੰਬਲ ਨਦੀ ਪਾਰ ਕਰਨੀ ਹੈ, ਜਿੱਥੇ ਇਹ ਬੈਠਾ ਹੋਇਆ ਹੈ ਦਾਰਾ ਸ਼ਿਕੋਹ ਮੋਰਚੇਬੰਦੀ ਕਰਕੇ, ਉਸ ਤੋਂ 20 ਕੋਹ ਪਰਲੇ ਪਾਸੇ ਜਾ ਕੇ, 20 ਕੋਹ ਦਾ ਮਤਲਬ 50 ਕਿਲੋਮੀਟਰ ਬਣ ਜਾਂਦਾ। 20 ਕੋਹ ਬੜੇ ਵੱਡੇ ਹੁੰਦੇ, ਯਾਨੀ 40-50 ਮੀਲ ਤੁਸੀਂ ਪਰਲੇ ਪਾਸੇ ਜਾਓ, ਉੱਥੋਂ ਤੁਹਾਨੂੰ ਦਰਿਆ ਹਾਥ ਦੇ ਦੇਵੇ। ਕਈ ਜਗ੍ਹਾ ਤੇ ਦਰਿਆ ਦਾ ਪਾਣੀ ਡੂੰਘਾ ਹੁੰਦਾ ਦਰਿਆ ਕਿਤੋਂ, ਤੇ ਕਿਤੇ ਦਰਿਆ ਹਾਥ ਤੇ ਹੁੰਦਾ, ਭਾਵ ਗੋਡੇ ਗੋਡੇ ਪਾਣੀ ਹੁੰਦਾ ਜਾਂ ਲੱਖ ਪਾਣੀ ਹੁੰਦਾ, ਡੋਬੂ ਨਹੀਂ ਹੁੰਦਾ। ਉਹ ਪੱਤਣ ਤੋਂ ਤੁਸੀਂ ਪਾਰ ਕਰੋ ਤੇ ਸੌਖੇ ਪਾਰ ਹੋ ਸਕਦੇ ਹੋ। ਬਿਨ ਤਰਨੀ ਤੁਮ ਚੜੇ ਚੜਾਏ। ਜੇ ਤੁਹਾਡੇ ਕੋਲ ਕਿਸ਼ਤੀਆਂ ਵੀ ਨਾ ਹੋਈਆਂ ਤਾਂ ਵੀ ਤੁਸੀਂ ਘੋੜਿਆਂ ਤੇ ਚੜ੍ਹ ਕੇ, ਊਂਠਾਂ ਤੇ, ਹਾਥੀਆਂ ਤੇ ਚੜੇ ਚੜਾਏ ਪਾਰ ਲੰਘ ਜਾਓਗੇ। ਹੋ ਪਾਰ ਨਹੀਂ ਬਿਲ ਮਾਏ। ਬਿਨਾਂ ਦੇਰੀ ਦੇ ਪਾਰ ਹੋ ਜਾਓਗੇ ਤੁਸੀਂ। ਸੁਨ ਹਰਖਿਓ ਨੋ ਰੰਗ ਚੜ ਪਰਿਓ। ਔਰੰਗਜ਼ੇਬ ਸੁਣ ਕੇ ਖੁਸ਼ ਹੋਇਆ, ਰਾਹ ਮਿਲ ਗਿਆ। ਇਹਦੀ ਕਿਸਮਤ ਹੀ ਬੇਈਮਾਨ ਦੀ ਬੜੀ ਚੰਗੀ ਸੀ। ਇਹਨੂੰ ਕੋਈ ਰੱਬ ਵੱਲੋਂ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੇਮਕੁੰਟ ਸਾਹਿਬ ਜਦੋਂ ਤਪ ਕਰਦੇ ਸੀ ਨਾ ਦੁਸ਼ਟ ਦਮਨ ਦੇ ਰੂਪ ਵਿੱਚ, ਇਹ ਵੀ ਉੱਥੇ ਤਪ ਕਰਦਾ ਸੀ। ਭਗਤੀ ਇਹਨੇ ਵੀ ਬੜੀ ਕੀਤੀ। ਜਦੋਂ ਅਕਾਲ ਪੁਰਖ ਮਹਾਰਾਜ ਨੇ ਬੁਲਾ ਕੇ ਪੁੱਛਿਆ ਚਾਹੀਦਾ ਕੀ ਹੈ, 10ਵੇਂ ਪਾਤਸ਼ਾਹ ਕਹਿੰਦੇ ਸਾਨੂੰ ਤਾਂ ਭਗਤੀ ਚਾਹੀਦੀ, ਤੇਰਾ ਸਿਮਰਨ ਚਾਹੀਦਾ, ਸਾਨੂੰ ਕੁਛ ਨਹੀਂ ਚਾਹੀਦਾ। ਤੇ ਇਹਨੂੰ ਪੁੱਛਿਆ ਤੈਨੂੰ ਕੀ ਚਾਹੀਦਾ? ਕਹਿੰਦਾ ਮੈਨੂੰ ਰਾਜ ਚਾਹੀਦਾ। ਤੇ ਉਹ ਬੰਦਗੀ ਦਾ ਜੋ ਵੀ ਵਾਹਿਗੁਰੂ ਤੋਂ ਮੰਗੇ ਮਿਲ ਤਾਂ ਜਾਂਦਾ ਹੀ ਹੈ, ਕਿਉਂਕਿ ਸਤਿਗੁਰੂ 10ਵੇਂ ਪਾਤਸ਼ਾਹ ਜੀ ਮਹਾਰਾਜ ਦੇ ਬਰਾਬਰ ਵੀ ਜੰਗ ਲੜਨਾ ਕੋਈ ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ।
ਉਹ ਅਕਾਲ ਪੁਰਖ ਦੀ ਮਹਾ ਸ਼ਕਤੀ ਸਨ ਸਤਿਗੁਰੂ ਦਸਵੇਂ ਪਾਤਸ਼ਾਹ ਜੀ। ਉਹਨਾਂ ਦੇ ਬਰਾਬਰ ਤਪ ਕਰਨ ਕੀਤਾ ਸੀ ਇਹਨੇ, ਤਾਂ ਹੀ ਮਹਾਰਾਜ ਦੇ ਨਾਲ ਮੱਥਾ ਲਾਇਆ ਨਾ ਇਹਨੇ। ਸੋ ਔਰੰਗਜ਼ੇਬ ਬਾਦਸ਼ਾਹ ਕਹਿਣ ਲੱਗਾ, ਕਹਿੰਦਾ ਰਾਹ ਦੱਸੋ। ਤੇ ਮੁਲਾਮਾ ਨੇ ਆਖਿਆ ਇੱਦਾਂ ਕਰੋ ਵੀ ਤੁਸੀਂ ਇੱਥੋਂ ਪਾਰ ਹੋ ਜਾਓ, ਤਹਾਂ ਨਦੀ ਕੋ ਜਾਏ ਉਤਰਿਓ। ਇਹ ਉਹ ਸਿੱਧਾ ਰਾਹ ਛੱਡ ਕੇ ਤੇ ਦੂਜੇ ਪਾਸੇ ਜਿੱਧਰ ਨਦੀ ਦਾ ਪਾਣੀ ਹੱਥ ਦਿੰਦਾ ਸੀ ਉਧਰ ਚਲੇ ਗਏ। ਸੈਨਾ ਸਭ ਸੁਖੈਨ ਉਤਰਾਈ। ਤੇ ਔਰੰਗਜ਼ੇਬ ਦੀ ਕਿਸਮਤ ਕਿੰਨੀ ਚੰਗੀ ਬਈ ਇਹ ਦਰਿਆ ਤੋਂ ਝੱਟ ਪਾਰ ਹੋ ਗਿਆ। ਸਣੇ ਫੌਜਾਂ ਦੇ ਮੁਰਾਦ ਬਖਸ਼ ਦੀਆਂ ਫੌਜਾਂ ਵੀ ਤੇ ਔਰੰਗਜ਼ੇਬ ਦੀਆਂ ਆਗਰੇ ਵਾਲੇ ਪਾਸੇ ਉਰਲੇ ਪਾਸੇ ਆ ਗਈਆਂ। ਆਏ ਉਰਾਰ ਸਿਵਰ ਕਹੋ ਘਾਲਾ। ਇਹਨਾਂ ਨੇ ਉਰਲੇ ਪਾਸੇ ਆ ਛਾਉਣੀ ਪਾਈ। ਨਿਸ ਦਿਨ ਰਹੇ ਸੁਚੇਤ ਪਿਸਾਲਾ। ਤੇ ਦਿਨ ਰਾਤ ਬੜੇ ਸੁਚੇਤ ਰਹਿੰਦੇ ਆ, ਬੜੇ ਕੰਨ ਖੜੇ ਰੱਖਦੇ ਆਪਣੇ। ਦਾਰਸ਼ ਕੋ ਜਬੈ ਸੁਧ ਪਾਈ। ਇਧਰ ਦਾਰਾਸ਼ਿਕੋ ਨੂੰ ਪਤਾ ਲੱਗਾ ਵੀ ਤੂੰ ਇੱਥੇ ਦਰਿਆ ਰੋਕ ਕੇ ਬੈਠਾ, ਅਗਲਾ ਤੇ ਉਹ ਪਰਲੇ ਪਾਸਿਓਂ ਲੰਘ ਵੀ ਆਇਆ ਹੈ। ਬੈਠੇ ਰਹਿਓ ਬਹੁਤ ਬਿਸਮਾਈ। ਦਾਰਾਸ਼ਿਕੋ ਵਿਚਾਰਾ ਭੋਲਾ ਸੀਗਾ, ਉਹਦੇ ਸਾਹਮਣੇ ਕੁਝ ਵੀ ਨਹੀਂ ਸੀ। ਔਰੰਗਜ਼ੇਬ ਬਹੁਤ ਜ਼ਿਆਦਾ ਚਲਾਕ ਸੀਗਾ, ਤੋ ਹੈਰਾਨ ਜਿਹਾ ਹੋ ਗਿਆ ਦਾਰਾਸ਼ਿਕੋ। ਸਭ ਉਮਰਾਵ ਸਮੀਪ ਹਕਾਰੇ। ਸਾਰੇ ਉਮਰਾਵ ਉਹਨੇ ਆਪਣੇ ਕੋਲ ਸੱਦੇ, ਮੀਟਿੰਗ ਕੀਤੀ। ਲਰਨ ਹੇਤ ਮਸਲਤ ਕਹੋ ਧਾਰੇ। ਕਹਿਣ ਲੱਗੇ ਵੀ ਕੰਮ ਤਾਂ ਖਰਾਬ ਹੋ ਗਿਆ, ਆਪਾਂ ਜਿੱਥੇ ਬੈਠੇ ਰਹੇ ਆ ਉੱਥੋਂ ਤੇ ਔਰੰਗਜ਼ੇਬ ਪਾਰ ਹੀ ਨਹੀਂ ਕੀਤੀ ਨਦੀ, ਤੇ ਚੰਬਲ ਦੇ ਦੂਜੇ ਪਾਸਿਓਂ ਪਾਰ ਆ ਗਿਆ। ਹੁਣ ਕਰੀਏ ਕੁਛ, ਲੜਾਈ ਤਾਂ ਕਰਨੀ ਪੈਣੀ ਆਪਾਂ ਨੂੰ। ਇਹਨਾਂ ਸਾਰੇ ਫੌਜੀ ਅਫਸਰਾਂ ਨੇ ਦਾਰਾਸ਼ਿਕੋ ਨੇ ਸਲਾਹ ਕੀਤੀ ਜੰਗ ਦੀ। ਭਈ ਭੋਰ ਕਰ ਕੂਚ ਨਗਾਰਾ। ਸਵੇਰ ਹੋਈ ਤੇ ਕੂਚ ਦਾ ਨਗਾਰਾ ਵਜਾ ਦਿੱਤਾ। ਚੜਿਓ ਬਜਾਏ ਬੰਬ ਬਲ ਭਾਰਾ। ਬੰਬ ਵਜਾ ਕੇ ਜੰਗ ਦਾ ਨਗਾਰਾ ਵਜਾ ਕੇ ਦਾਰਾਸ਼ਿਕੋ ਚੜਿਆ ਹੈ। ਤਰੰਗ ਬਾਹਨੀ ਪੈਦਲ ਸਾਰੀ। ਘੋੜ ਸਵਾਰਾਂ ਦੀ, ਹਾਥੀਆਂ ਦੀ ਤੇ ਪੈਦਲ ਫੌਜਾਂ ਚੱਲ ਪਈਆਂ। ਤੋਪ ਤੁਪਕੀ ਕਰ ਬਹੁਤ ਤਿਆਰੀ। ਤੋਪਾਂ ਤੇ ਬੰਦੂਕਾਂ ਦੀ ਤਿਆਰੀ ਕਰਕੇ ਚੱਲੇ ਨੇ। ਦਲ ਮੁਕਾਬਲੇ ਦੋਨੋਂ ਹੋਏ। ਦੋਵਾਂ ਦਲਾਂ ਦਾ ਆਹਮਣੇ ਸਾਹਮਣੇ ਮੁਕਾਬਲਾ। ਇੱਕ ਪਾਸੇ ਦਾਰਾਸ਼ਿਕੋ ਦੀਆਂ ਫੌਜਾਂ ਹਿੰਦੁਸਤਾਨ ਦੇ ਬਾਦਸ਼ਾਹ ਸ਼ਾਹਜਹਾਨ ਦੀਆਂ ਫੌਜਾਂ ਹਨ, ਤੇ ਦੂਜੇ ਪਾਸੇ ਔਰੰਗਜ਼ੇਬ ਤੇ ਮੁਰਾਦ ਬਖਸ਼ ਦੀਆਂ ਫੌਜਾਂ ਹਨ। ਬਾਂਦੇ ਪੰਗਤ ਬਿਥਰ ਪਰ ਕਰੋਏ। ਤੇ ਇੱਥੇ ਆਹਮਣੇ ਸਾਹਮਣੇ ਇਹਨਾਂ ਨੇ ਸਾਧ ਸੰਗਤ ਜੀ ਪਰੇ ਬੰਨ ਲਏ ਤੇ ਪਰੇ ਬੰਨ ਕੇ ਲੜਾਈ ਸ਼ੁਰੂ ਕਰ ਦਿੱਤੀ। ਰਜੀ ਜਮੂਰਨ ਕੀ ਬਹੁ ਸੈਨਾ। ਜਿਹੜੀ ਜਮੂਰਿਆਂ ਵਾਲੀ ਸੈਨਾ ਸੀ, ਛੋਟਾ ਜਮੂਰਾ ਜਿਹਦੇ ਵਿੱਚ ਐਡਾ ਸਾਰਾ ਗੋਲਾ ਪੈਂਦਾ, ਛੋਟੀ ਤੋਪ ਉਹਨੂੰ ਜਮੂਰਾ ਕਹਿੰਦੇ ਆ। ਜਿਹੜੀ ਜਮੂਰਿਆਂ ਵਾਲੀ ਤੋਪਾਂ ਵਾਲੀ ਸੈਨਾ ਸੀ ਸਭ ਤੋਂ ਅੱਗੇ ਖੜੀ ਕੀਤੀ। ਸ਼ਸਤਰ ਹਤਨ ਹਿਤ ਸ਼ਤਰਨ ਸੈਨਾ। ਵੈਰੀ ਦੀ ਫੌਜ ਤੇ ਗੋਲਾਬਾਰੀ ਕਰਨ ਵਾਸਤੇ ਕਈ ਹਜ਼ਾਰ ਤੋਪ ਕਰ ਖਰੀ। ਕਈ ਹਜ਼ਾਰ ਤੋਪਾਂ ਸਨ, ਛੋਟੀਆਂ ਵੱਡੀਆਂ ਖੜੀਆਂ ਕੀਤੀਆਂ। ਕੋਈ ਊਂਠਾਂ ਤੇ ਲੱਦੀਆਂ ਹੋਈਆਂ, ਕੋਈ ਜੰਜੈਲਾਂ, ਕੋਈ ਲਮਛੜਾ ਤੇ ਕੋਈ ਜਮੂਰੇ। ਜਮੂਰਾ ਹੁੰਦਾ ਤਾਂ ਛੋਟਾ ਜਿਹਾ ਹੈ, ਭਾਵ 3-3.5 ਫੁੱਟ ਦੀ ਤੋਪ ਹੁੰਦੀ ਹੈ ਉਹ, ਪਰ ਗੋਲਾ ਉਹਦਾ ਜਿਹੜਾ ਹੈ ਉਹ ਵਾਹਵਾ 2-3 ਕਿਲੋ ਦਾ, 4 ਕਿਲੋ ਦਾ ਹੁੰਦਾ ਹੈ। ਜਿੱਥੇ ਜਾ ਕੇ ਪੈਂਦਾ ਤਬਾਹੀ ਮਚਾ ਦਿੰਦਾ ਹੈ, ਤੇ ਉਹਨੂੰ ਛੇਤੀ ਘੁਮਾਇਆ ਵੀ ਜਾ ਸਕਦਾ। ਵੱਡੀਆਂ ਤੋਪਾਂ ਦੀ ਜਿਹੜੀ ਹੈ ਦਿਸ਼ਾ ਬਦਲਣੀ ਛੇਤੀ ਸੌਖੀ ਨਹੀਂ ਹੁੰਦੀ। ਸੋ ਜਮੂਰਿਆਂ ਨੇ ਤਬਾਹੀ ਮਚਾ ਦਿੱਤੀ। ਹਾਥਨ ਕੇ ਹੌਦਨ ਪਰ ਰਾਏ। ਹਾਥੀਆਂ ਦੇ ਹੌਦਿਆਂ ਤੇ ਵੱਡੇ ਵੱਡੇ ਰਾਜੇ ਬੈਠੇ ਸਨ ਦੋਵਾਂ ਪਾਸਿਆਂ ਤੋਂ। ਉਧਰੋਂ ਬਾਦਸ਼ਾਹ ਔਰੰਗਜ਼ੇਬ, ਮੁਰਾਦ ਬਖਸ਼, ਉਹਨਾਂ ਦੇ ਨਾਲ ਫੌਜਾਂ ਸਨ। ਇੱਧਰੋਂ ਦਾਰਾਸ਼ਿਕੋ ਦੇ ਨਾਲ ਫੌਜਾਂ ਸਨ, ਤੇ ਆਹਮਣੇ ਸਾਹਮਣੇ ਮੁਕਾਬਲਾ ਚੰਬਲ ਦੀ ਘਾਟੀ ਦੇ ਵਿੱਚ ਹੋ ਰਿਹਾ ਸੀ। ਗਾਡੇ ਹੋਏ ਚੜੇ ਉਮਰਾਏ। ਔਰ ਸੂਰਮੇ ਉਮਰਾਵ ਜੰਗ ਦੇ ਮੈਦਾਨ ਵਿੱਚ ਪੈਰ ਪੱਕੇ ਕਰਕੇ ਇਰਾਦੇ ਨਾਲ ਚੜੇ ਸਨ। ਉਧਰੋਂ ਔਰੰਗਜ਼ੇਬ ਵੀ ਇਰਾਦਾ ਕਰਕੇ ਆਇਆ ਸੀ ਵੀ ਅੱਜ ਮੈਂ ਆਗਰੇ ਤੇ ਕਬਜ਼ਾ ਕਰ ਲੈਣਾ, ਤੇ ਇਧਰੋਂ ਸ਼ਾਹਜਹਾਨ ਬਾਦਸ਼ਾਹ ਦਾ ਪੁੱਤਰ ਦਾਰਾਸ਼ਿਕੋ ਵੱਡਾ, ਉਹ ਇਹ ਇਰਾਦੇ ਵਿੱਚ ਸੀ ਅਸੀਂ ਔਰੰਗਜ਼ੇਬ ਨੂੰ ਕਾਬੂ ਕਰਨਾ ਹੈ, ਉਹਨੂੰ ਸ਼ਿਕਸਤ ਦੇਣੀ ਹੈ, ਉਹਨੂੰ ਫੜ ਕੇ ਬਾਦਸ਼ਾਹ ਕੋਲ ਪੇਸ਼ ਕਰਨਾ ਹੈ। ਤੇਜ ਤਰੰਗ ਤਰਾਏ ਤਾਜੀ। ਕਹਿੰਦੇ ਘੋੜੇ ਤੇਜ਼ ਦੌੜਦੇ ਹਨ, ਤੇਜ਼ ਕੀਤੇ ਹੋਏ ਮਸਾਲੇ ਦੇ ਦੇ ਕੇ। ਫਾਂਦਤ ਮਨੋ ਪਾਏ ਨਟ ਬਾਜੀ। ਘੋੜੇ ਇਉਂ ਦੌੜਦੇ ਨੇ, ਇਉਂ ਪਹਿਲਾਂ ਪਾਉਂਦੇ ਨੇ ਜਿਵੇਂ ਨਟ ਬਾਜੀਆਂ ਪਾਉਂਦੇ ਨੇ। ਪੈਦਲ ਦਿੜ ਪਿਖ ਤਰਾਸ ਗਨੀਮ। ਕਹਿੰਦੇ ਪੈਦਲ ਵਾਲੇ ਉਹ ਪੈਦਲ ਲੜਾਈ ਕਰ ਰਹੇ ਨੇ, ਵੈਰੀ ਨੂੰ ਵੇਖ ਕੇ
ਤੇ ਸੂਰਮੇ ਤਾਂ ਬਹਾਦਰ ਤਾਂ ਜੰਗ ਨੂੰ ਚਾਹ ਨਾ ਚੜ੍ਹਦੇ ਨੇ, ਤੇ ਜਿਹੜੇ ਡਰਪੋਕ ਨੇ ਉਹਨਾਂ ਦੇ ਦਿਲ ਥਰ ਥਰ ਕੰਬਦੇ ਨੇ। ਜੇ ਨੌਕਰ ਪੁਸ਼ਤੇਨ ਕਦੀਮ, ਕਹਿੰਦੇ ਜਿਹੜੇ ਪੁਸ਼ਤੈਨੀ ਨੌਕਰ ਸਨ ਸ਼ਹਿਨਸ਼ਾਹ ਦੇ, ਬਾਦਸ਼ਾਹ ਦੇ, ਭਾਵ ਪਿਓ ਦਾਦੇ ਪੜਦਾਦੇ ਲਗੜਦਾਦਿਆਂ ਤੋਂ ਜੰਗੀ ਨੌਕਰੀਆਂ ਕਰਦੇ ਆ ਰਹੇ ਸਨ ਸਰਕਾਰ ਦੀਆਂ, ਕੋਈ ਵਜ਼ੀਰ, ਕੋਈ ਮੰਤਰੀ, ਕੋਈ ਸੈਨਾਪਤੀ, ਉਹ ਸਾਰੇ ਆਪਣੇ ਆਪਣੇ ਮਾਲਕਾਂ ਵਾਸਤੇ ਲੜਨ ਲੱਗੇ। ਨਿਜ ਨਿਜ ਮਿਸਲ ਸਕੇਲ ਕਠੋਰ, ਆਪਣੀਆਂ ਆਪਣੀਆਂ ਮਿਸਲਾਂ ਇਕੱਠੀਆਂ ਕਰਕੇ ਆਪਣੇ ਆਪਣੇ ਭਾਈ ਬੰਦਾਂ ਨੂੰ ਨਾਲ ਲੈ ਕੇ ਸੂਰਮੇ ਲੜ ਰਹੇ ਨੇ। ਗਹਿ ਗਹਿ ਸ਼ਸਤ ਕਰੇ ਰਨ ਰੌਰ, ਕਹਿੰਦੇ ਸ਼ਸਤਰ ਫੜ ਕੇ ਮੈਦਾਨੇ ਜੰਗ ਦੇ ਵਿੱਚ ਰੌਲਾ ਪਾਉਂਦੇ ਨੇ। ਦੁੰਦਬ ਢੋਲ ਪਣਵ ਸਮਦਾਏ, ਬੜੇ ਢੋਲ ਨਗਾਰੇ ਵੱਜ ਰਹੇ ਨੇ, ਪਟੇ ਤੇ ਪਣਵ ਵੱਜ ਰਹੇ ਨੇ। ਪਰਿਓ ਸ਼ਬਦ ਗਗਨ ਗਰਜਾਏ, ਕਹਿੰਦੇ ਘੋੜੇ ਹਿਣਕ ਰਹੇ ਨੇ, ਨਗਾਰੇ ਵੱਜ ਰਹੇ ਨੇ, ਢੋਲ ਨਗਾਰੇ ਪਾਉਣ ਦੇ ਉਂਗਣ ਜਾਣ ਜਟਾਵਲੇ, ਦੁਰਗਾ ਦਾਨੋ ਡਏ ਰਣ, ਨਾਦ ਵੱਜਣ ਖੇਤ ਬਿਹਾਵਲੇ, ਵੀਰ ਪਰੋਤੇ ਬਰਛੀਏ ਜਾਂ ਡਾਲ ਚਮੁੱਟੇ ਆਵਲੇ, ਇੱਕ ਵੱਡੇ ਤੇਗੀ ਤੜਫੀਆਂ, ਮਦ ਪੀਤੇ ਲੋਟਣ ਬਾਵਲੇ, ਇੱਕ ਚੁਣ ਚੁਣ ਝਾੜੋਂ ਕੱਢੀਆਂ, ਰੇਤ ਵਿੱਚੋਂ ਸੋਇਨਾ ਡਾਵਲੇ, ਗਦਾ ਤਰਸੂਲਾਂ ਬਰਛੀਆਂ, ਤੀਰ ਵਗਣ ਖਰੇ ਉਤਾਵਲੇ, ਜਾਂ ਡਸੇ ਭੁਜੰਗਮ ਸਾਵਲੇ, ਮਰ ਜਾਵਣ ਵੀਰ ਰਹਾਵਲੇ। ਚੰਡੀ ਦੀ ਵਾਰ 'ਚ 10ਵੇਂ ਪਾਤਸ਼ਾਹ ਨੇ ਜਿਹੜਾ ਨਕਸ਼ਾ ਖਿੱਚਿਆ ਯੁੱਧ ਦਾ, ਉਸ ਵੇਲੇ ਫਿਰ ਸਾਧ ਸੰਗਤ ਜੀ ਚੰਬਲ ਦੀ ਘਾਟੀ 'ਚ ਇਹੋ ਜਿਹਾ ਯੁੱਧ ਮਚ ਗਿਆ। ਇਸੀ ਰੀਤ ਨੌ ਰੰਗ ਬੜ ਮਾਨੀ, ਇਸ ਤਰ੍ਹਾਂ ਬੜਾ ਮਾਨੀ ਤੇ ਹੰਕਾਰੀ ਔਰੰਗਾ, ਦਿੜ ਰਚਨਾ ਤੁਜਨੀ ਸਭ ਠਾਨੀ, ਉਹਨੇ ਆਪਣੀ ਫੌਜ ਦੀ ਰਚਨਾ ਬੜੀ ਤਰੀਕੇ ਨਾਲ ਵਿਊ ਬਣ ਕੇ ਕੀਤੀ ਹੋਈ ਸੀ। ਉਹਨੇ ਪਰੇ ਬੰਨੇ ਹੋਏ ਸਨ, ਉਹ ਜੰਗਾਂ ਦਾ ਜਰਨੈਲ ਜੇਤੂ ਸੀ। 10ਵੇਂ ਪਾਤਸ਼ਾਹ ਨੇ ਲਿਖਿਆ ਹੈ ਕਿ ਤੂੰ ਜੰਗਾਂ ਦਾ ਜਰਨੈਲ ਹੈ, ਤੂੰ ਸ਼ਾਹ ਸਵਾਰ ਹੈ, ਤੂੰ ਸੂਰਮਾ ਹੈ, ਤੂੰ ਬੜਾ ਤੀਰ ਅੰਦਾਜ਼ ਹੈ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੂੰ ਇਮਾਨਦਾਰ ਨਹੀਂ ਹੈ। ਇਹ ਗੱਲ ਸੱਚੇ ਪਾਤਸ਼ਾਹ ਉਹਦੀ ਜਿਹੜੇ ਗੁਣ ਸੀਗੇ ਉਹਨਾਂ ਗੁਣਾਂ ਦੀ ਤਾਰੀਫ ਕੀਤੀ ਹੈ। ਜਿਹੜੇ ਉਹਦੇ ਔਗਣ ਸਨ ਉਹ ਜ਼ਫਰਨਾਮੇ 'ਚ ਮਹਾਰਾਜ ਨੇ ਕਲੀਅਰ ਕੀਤੇ ਹਨ। ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਜਿਹੜਾ ਔਰੰਗਜ਼ੇਬ ਦਾ ਨਕਸ਼ਾ ਖਿੱਚਿਆ, ਬਿਲਕੁਲ ਸਾਰੇ ਇਤਿਹਾਸਕਾਰ ਮੰਨਦੇ ਉਹ ਇੱਦਾਂ ਦਾ ਹੀ ਸੀ। ਮੂੰਹ ਦਾ ਉਹ ਬੜਾ ਮਿੱਠਾ ਸੀ, 5 ਨਮਾਜ਼ਾਂ ਵੀ ਪੜ੍ਹਦਾ ਸੀ, ਕੁਰਾਨ ਲਿਖਦਾ ਸੀ, ਬੜੇ ਆਪਣੇ ਆਪ ਨੂੰ ਪਵਿੱਤਰ ਜੀਵਨ ਵਾਲਾ ਮੰਨਦਾ ਸੀ। ਬਾਹਰੋਂ ਬੜਾ ਸਾਫ਼ ਦਿਲ ਸੀ, ਬਾਹਰੋਂ ਅੰਦਰੋਂ ਬੜਾ ਕਪਟੀ ਤੇ ਕਾਲੇ ਦਿਲ ਵਾਲਾ ਸੀ। ਉਹਨੇ ਫੌਜ ਦੀਆਂ ਇਹੋ ਜਿਹੀਆਂ ਤਰੀਕੇ ਨਾਲ ਪਰੇ ਬੰਨੇ ਹੋਏ ਸਨ, ਸਫਾਂ ਬਣੀਆਂ ਹੋਈਆਂ ਸਨ ਕਿ ਉਹ ਹਾਰਨ ਵਿੱਚ ਆਉਂਦਾ ਨਹੀਂ ਸੀ। ਉਮਰਾਵਨ ਕਹੋ ਕਰ ਕਰ ਗਾਡੇ, ਉਹਨੇ ਬੜੇ ਬੜੇ ਸੂਰਮੇ ਉਮਰਾਵ ਆਪਣੇ ਨਾਲ ਪੱਕੇ ਕੀਤੇ ਹੋਏ ਸਨ, ਜਿਹੜੇ ਕਹਿੰਦੇ ਸੀ ਅਸੀਂ ਜੀਣਾ ਵੀ ਔਰੰਗਜ਼ੇਬ ਲਈ ਹੈ ਤੇ ਮਰਨਾ ਵੀ ਔਰੰਗਜ਼ੇਬ ਲਈ ਹੈ, ਕਿਉਂਕਿ ਉਹਦੇ ਕੋਲ ਇੱਕ ਬੜਾ ਵੱਡਾ ਪਤਾ ਸੀਗਾ ਉਸੀ ਦੀਨ ਇਸਲਾਮ ਦਾ। ਉਹ ਇਹ ਕਹਿੰਦਾ ਸੀ ਵੀ ਮੈਂ ਜਦੋਂ ਬਾਦਸ਼ਾਹ ਬਣ ਗਿਆ ਤੇ ਮੇਰੇ ਹਿੰਦੁਸਤਾਨ 'ਚ ਸਾਰੇ ਪਾਸੇ ਇਸਲਾਮ ਹੀ ਇਸਲਾਮ ਹੋਵੇਗਾ, ਕੋਈ ਦੂਸਰਾ ਧਰਮ ਕੋਈ ਮਜ਼ਹਬ ਮੈਂ ਰਹਿਣ ਨਹੀਂ ਦਿਆਂਗਾ। ਕੋਈ ਜੰਜੂ, ਕੋਈ ਟਿੱਕਾ, ਕੋਈ ਬੋਧੀ, ਕੋਈ ਮੰਦਰ, ਕੋਈ ਧਰਮ ਸਥਾਨ ਹਿੰਦੂਆਂ ਦਾ, ਜੈਨੀਆਂ ਦਾ, ਬੋਧੀਆਂ ਦਾ ਸਭ ਮਲੀਆ ਮੇਟ ਕਰ ਦਿਆਂਗਾ। ਮੈਂ ਇਸਲਾਮ ਦਾ ਹੀ ਝੰਡਾ ਚਲਾਵਾਂਗਾ। ਜਿਹੜੇ ਕੱਟੜਪੰਥੀ ਬੰਦੇ ਸੀ ਉਹਦੇ ਲਈ ਮਰਨ ਲਈ ਤਿਆਰ ਹੋ ਜਾਂਦੇ ਸੀ। ਸੋ ਇਸ ਤਰ੍ਹਾਂ ਉਹ ਸਾਰੇ ਉਹਦੇ ਨਾਲ ਆਏ ਹਨ। ਸੈਨਾ ਸਹਿਤ ਜਮੂਰੇ ਠਾਡੇ, ਕਹਿੰਦੇ ਫੌਜਾਂ ਖੜੀਆਂ ਨੇ, ਜਮੂਰੇ ਖੜੇ ਨੇ, ਲੜਨ ਲਗੇ ਦੋਨੋਂ ਦਲ ਐਸੇ, ਦੋਵੇਂ ਸੂਰਮੇ ਦੋਵੇਂ ਪਾਸੇ ਦੇ ਦਲ ਇਉਂ ਲੜਨ ਲੱਗੇ ਨੇ, ਗਰਜਦ ਭਰੇ ਮਹਾ ਕਨ ਜੈਸੇ, ਜਿਵੇਂ ਆਕਾਸ਼ ਵਿੱਚ ਸਾਵਣ ਦੇ ਮਹੀਨੇ 'ਚ ਕਾਲੇ ਬੱਦਲ ਆਉਂਦੇ ਨੇ ਤੇ ਗਰਜਦੇ ਨੇ, ਏਦਾਂ ਬੜੇ ਬੜੇ ਸੂਰਮੇ ਗਰਜ ਗਰਜ ਕੇ ਲੜਦੇ ਨੇ। ਗੋਰੀ ਅਰ ਗੋਰਨ ਕੀ ਮਾਰ, ਗੋਲੀਆਂ ਤੇ ਗੋਲਿਆਂ ਦੀ ਮਾਰ ਪੈਂਦੀ, ਬਾਛੜ ਪੈਂਦੀ ਜਿਵੇਂ ਗੜੇ ਪੈਂਦੇ ਨੇ। ਬਰਖਾ ਕਰਕਾ ਕੀ ਇਕਸਾਰ, ਜਿਵੇਂ ਸਾਧ ਸੰਗਤ ਜੀ ਔਲੇ ਪੈਂਦੇ ਨਾ ਇਕਸਾਰ, ਏਦਾਂ ਗੋਲੀਆਂ ਦੀ ਵਰਖਾ ਹੋਣ ਲੱਗੀ ਐ, ਮੀਂਹ ਪੈਣ ਲੱਗਾ ਗੋਲੀਆਂ ਦੇ ਤੀਰਾਂ ਦਾ। ਆਤਸ਼ ਅਰ ਬਰੂਦ ਕੇ ਮੇਲ, ਅੱਗ ਦਾ ਤੇ ਬਰੂਦ ਦਾ ਹੀ ਮੇਲ ਹੋ ਰਿਹਾ ਹੈ। ਧੂਮ ਧਾਰ ਪਰਸਤ ਨਵ ਗੈਲ, ਵੱਡੀਆਂ ਤੋਪਾਂ ਚੱਲੀਆਂ ਨੇ ਆਕਾਸ਼ ਨੂੰ ਪਾੜਨ ਵਾਲੀਆਂ। ਏਦਾਂ ਲੱਗਦਾ ਵੀ ਆਕਾਸ਼ ਪਾਟ ਗਿਆ ਹੁੰਦਾ, ਜਿਵੇਂ ਪਹਾੜ ਪਾਟ ਜਾਂਦੇ ਆ ਤੇ ਉਹਨਾਂ ਦੀ ਆਵਾਜ਼ ਆਉਂਦੀ ਹੈ, ਏਦਾਂ ਤੋਪਾਂ ਦੀ ਆਵਾਜ਼ ਆਉਂਦੀ ਹੈ। ਮਨੋ ਘਟਾ ਵੱਡ ਸ਼ੋਰ ਉਠਾਵਾ ਹੈ, ਕਹਿੰਦੇ ਕਾਲੀਆਂ ਘਟਾਵਾਂ ਜਿਵੇਂ ਚੜ੍ਹ ਕੇ ਆਉਂਦੀਆਂ ਨੇ, ਏਦਾਂ ਉਹਨਾਂ ਤੋਪਾਂ ਦਾ ਧੂਆਂ ਅਸਮਾਨ ਦੇ ਵੱਲ ਜਾਂਦਾ ਹੈ।
ਔਰ ਬਿਜਲੀ ਜਿਵੇਂ ਕੜਕਦੀ ਹੈ ਇਵੇਂ ਉਹ ਤੋਪਾਂ ਕੜਕਦੀਆਂ ਨੇ। ਜਹ ਕਹੈ ਅਵਨ ਗगन ਕਹੋ ਛਾਵਾ ਹੈ। ਧਰਤੀ ਅਸਮਾਨ ਇੱਕ ਹੋ ਗਿਆ। 10ਵੇਂ ਪਾਤਸ਼ਾਹ ਲਿਖਦੇ ਨੇ ਧਰਾ ਖਟ 8 ਆਕਾਸ਼ ਬਣਾਏ। ਉਦਾਂ ਤਾਂ ਕਹਿੰਦੇ ਨੇ ਵੀ 7 ਪਤਾਲ ਨੇ 7 ਆਕਾਸ਼ ਨੇ। ਕਲਗੀਧਰ ਕਹਿੰਦੇ ਨਹੀਂ 6 ਰਹਿ ਗਈਆਂ ਧਰਤੀਆਂ 8 ਆਕਾਸ਼ ਹੋ ਗਏ। ਕਹਿੰਦੇ ਉਹ ਕਿਵੇਂ? ਕਹਿੰਦੇ ਆਹ ਜਿਹੜੀ ਇਹਦੇ ਘੋੜਿਆਂ ਦੇ ਪੈਰਾਂ ਨਾਲ ਹੀ ਉੱਡ ਕੇ ਉੱਪਰ ਚਲੀ ਗਈ। ਕਿਹੋ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਖੇਡ ਲਿਖੀ ਹੈ ਕਿ ਧਰਾ ਖਟ ਧਰਤੀਆਂ ਤੇ 6 ਰਹਿ ਗਈਆਂ 8 ਆਕਾਸ਼ ਬਣਾਏ, ਕਿਉਂਕਿ ਇਹ ਤਾਂ ਉੱਪਰ ਚਲੀ ਗਈ ਉੱਡ ਕੇ। ਇਹ ਕਵੀ ਦੀ ਜਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ ਉਡਾਰੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ। ਹਾਂਜੀ ਤੋਪ ਤੁਫੰਗ ਮਹਾ ਕਰਕੰਤੀ। ਕਹਿੰਦੇ ਤੋਪਾਂ ਤੇ ਤੁਫੰਗਾਂ ਕੜਕਦੀਆਂ ਨੇ, ਕਾੜ ਕਾੜ ਕਰਦੀਆਂ ਨੇ। ਬਾਰ ਬਾਰ ਜਨ ਗਾਜਬ ਗਿਰੰਤੀ। ਏਦਾਂ ਲੱਗਦਾ ਜਿਵੇਂ ਬਾਰ-ਬਾਰ ਬਿਜਲੀ ਪੈ ਰਹੀ ਅਸਮਾਨ ਤੋਂ ਕਾੜ ਕਾੜ ਕਰਕੇ। ਧੌਂਸੇ ਤੁਮਘਾਰਤ ਚਹੁ ਓਰੀ। ਚਾਰੇ ਪਾਸੇ ਧੌਂਸੇ ਤੁਮਘਾਰਦੇ ਨੇ। ਜਨ ਕਨ ਗਰਜੈ ਘੁਮੜਤ ਘੋਰੀ। ਜਿਵੇਂ ਬੱਦਲ ਗਰਜਦੇ ਹੋਣ। ਭਟ ਗਿਰੈ ਘਾਇਲ ਤਰਫੰਤੇ। ਸੂਰਮੇ ਧਰਤੀ ਤੇ ਘਾਇਲ ਹੋ ਕੇ ਡਿੱਗ ਰਹੇ ਨੇ। ਸ਼੍ਰੋਣਤ ਬਮਤੇ ਕਿਤਕ ਮਰੰਤੇ। ਤੜਫ ਰਹੇ ਨੇ, ਖੂਨ ਦੇ ਪਰਨਾਲੇ ਵਗ ਰਹੇ ਨੇ ਤੇ ਕਈ ਮਰ ਰਹੇ ਨੇ। ਗੋਰੇ ਲਗੈ ਉਡੈ ਨਰਬਾਜੀ। ਕਹਿੰਦੇ ਗੋਲੇ ਲੱਗਦੇ ਜਮੂਰਿਆਂ ਦੇ ਤੋਪਾਂ ਦੇ, ਘੋੜਿਆਂ ਸਮੇਤ ਸਵਾਰ ਉੱਡ ਜਾਂਦੇ। ਹਾਥੀ ਉੱਡਦੇ ਸਣੇ ਅੰਬਾਰੀਆਂ ਨੇ, ਹਾਥੀ ਅੰਬਾਰੀਆਂ ਸਮੇਤ ਉੱਡ ਜਾਂਦੇ ਨੇ। ਦੋ ਦਸ ਫਿਰੈ ਸ਼ੈਨ ਨਹਿ ਭਾਜੀ। ਕਹਿੰਦੇ ਦੋਵਾਂ ਪਾਸਿਆਂ ਤੋਂ ਸੂਰਮੇ ਪੈਰ ਅੜਾ ਕੇ ਲੜ ਰਹੇ ਨੇ, ਕੋਈ ਭੱਜਦਾ ਨਹੀਂ ਮੈਦਾਨੇ ਜੰਗ ਚੋਂ। ਗੁਲਕਾ ਲਾਗੇ ਫੁੱਟ ਹੈ ਅੰਗਾ। ਗੋਲੀਆਂ ਲੱਗ ਲੱਗ ਕੇ ਅੰਗ ਹੋ ਰਹੇ ਨੇ, ਛਾਨਣੀ ਹੋ ਰਹੀਆਂ ਛਾਤੀਆਂ ਸੂਰਮਿਆਂ ਦੀਆਂ। ਟੂਟੈ ਅਸਤੀ ਸ਼੍ਰੋਣ ਤਰੰਗਾ। ਹੱਡੀਆਂ ਗੋਲੀਆਂ ਨਾਲ ਟੁੱਟਦੀਆਂ, ਜਿਹਦੀ ਬਾਹ ਵਿੱਚ ਗੋਲੀ ਵੱਜਦੀ ਹੱਡ ਤੋੜ ਕੇ ਲੰਘ ਜਾਂਦੀ, ਕਿਸੇ ਦੇ ਪੱਟ ਵਿੱਚ, ਕਿਸੇ ਦੇ ਢਿੱਡ ਵਿੱਚ, ਕਿਸੇ ਦੀ ਛਾਤੀ ਵਿੱਚ। ਤੋਪ ਤੁਪਕ ਆਦਿਕ ਗਰਜੰਤ। ਤੋਪਾਂ ਤੇ ਬੰਦੂਕਾਂ ਦੀ ਕਾੜ ਕਾੜ ਗਰਜਾਹਟ ਨਾਲ ਧਰਤੀ ਅਸਮਾਨ ਗੂੰਜ ਰਿਹਾ ਹੈ। ਮਾਰ ਮਾਰ ਜਨ ਸੁਬਟ ਭਜੰਤ। ਮਾਰ ਮਾਰ ਕੇ ਸੂਰਮੇ ਭਜਦੇ ਨੇ, ਘੋੜੇ ਦੌੜਦੇ ਨੇ। ਕਰਤ ਹੀ ਰੇਖਾ ਬਾਜੀ ਘਨੇ। ਬਹੁਤ ਸਾਰੇ ਘੋੜੇ ਹਿਣਕਦੇ ਨੇ। ਗਜ ਚੰਗਾਰਤ ਤਰਾਸਨ ਸਨੇ। ਔਰ ਹਾਥੀ ਝੰਗਾੜਦੇ ਨੇ ਭੈ ਦੇ ਨਾਲ ਜਦੋਂ ਤੋਪਾਂ ਗੜਕਦੀਆਂ ਨੇ। ਆਮਿਕ ਸ਼੍ਰੋਣਮ ਕਰਦਮ ਹੋਵਾ। ਮਾਸ ਦਾ ਤੇ ਲਹੂ ਦਾ ਗਾਰਾ ਬਣ ਗਿਆ ਹੈ। ਪਰੇ ਮ੍ਰਿਤਕ ਭੀਖਨ ਥਲ ਜੋਵਾ। ਔਰ ਚੰਬਲ ਦੀ ਘਾਟੀ, ਚੰਬਲ ਦਾ ਕਿਨਾਰਾ, ਸਾਰਾ ਇਲਾਕਾ ਉਹ ਲਹੂ ਲੁਹਾਨ ਹੋ ਗਿਆ ਹੈ। ਥਾਂ ਥਾਂ ਤੇ ਹਜ਼ਾਰਾਂ ਮੁਰਦੇ ਪਏ ਹਨ, ਤੜਫ ਰਹੇ ਹਨ। ਜਾਏ ਪਰੈ ਗਨ ਕਰ ਕਰ ਹੇਲਾ। ਤੇ ਸੂਰਮੇ ਹੱਲਾ ਕਰ ਕਰਕੇ ਜਾ ਪੈਂਦੇ ਹਨ। ਜਵਾਲਾ ਬਮਣੀ ਤਜ ਤਿਸ ਬੇਲਾ। ਔਰ ਸਾਧ ਸੰਗਤ ਜੀ ਬੰਦੂਕਾਂ ਵਿੱਚੋਂ ਅੱਗ ਨਿਕਲਦੀ ਹੈ, ਬੰਦੂਕਾਂ ਵਿੱਚੋਂ ਗੋਲੀਆਂ ਚਲਦੀਆਂ ਨੇ। ਮੁੰਡ ਤੁੰਡ ਫੋਰਤ ਇਮ ਗੋਰੀ। ਕਿਸੇ ਦਾ ਮੱਥਾ, ਕਿਸੇ ਦਾ ਮੂੰਹ, ਕਿਸੇ ਦੀ ਛਾਤੀ ਵਿੰਨ ਕੇ ਲੰਘ ਜਾਂਦੀਆਂ ਨੇ। ਜਦੋਂ ਸਿਰ 'ਚ ਗੋਲੀ ਵੱਜਦੀ ਹੈ ਤੇ ਏਦਾਂ ਪਟਾਕਾ ਪੈਂਦਾ ਜਿਵੇਂ ਕੋਈ ਹਾਂਡੀ ਫੁੱਟਦੀ ਹੋਵੇ। ਮਨੋਂ ਗੁਲੇਲਨ ਹੰਡੀਆਂ ਨ ਫੋਰੀ। ਜਿਵੇਂ ਗੁਲੇਲ ਦੇ ਨਾਲ ਹਾਂਡੀ ਭੰਨ ਦੇਈਦੀ ਹੈ, ਏਦਾਂ ਗੋਲੀਆਂ ਸਿਰ ਭੰਨ ਦਿੰਦੀਆਂ ਨੇ। ਦੋਹਾਂ ਦੇਸ਼ ਤੋਪਨ ਚਲੈ ਹਜ਼ਾਰੋਂ। ਦੋਹਾਂ ਪਾਸਿਆਂ ਤੋਂ ਹਜ਼ਾਰਾਂ ਤੋਪਾਂ ਚੱਲ ਰਹੀਆਂ ਨੇ। ਅਵਨੀ ਕੰਪਤ ਜਨ ਡਰ ਭਾਰੋ। ਚੰਬਲ ਦੀ ਘਾਟੀ ਦਾ ਸਾਰਾ ਇਲਾਕਾ ਗੂੰਜ ਰਿਹਾ ਹੈ ਤੋਪਾਂ ਦੇ ਨਾਲ। ਆਗਰੇ ਤਾਈਂ, ਗਵਾਲੀਅਰ ਤਾਈਂ ਤੋਪਾਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਪਰਿਓ ਸ਼ਬਦ ਕੋ ਰੌਰ ਮਹਾਨਾ। ਇਹ ਸਾਰੀ ਧਰਤੀ ਤੇ ਜੰਗ ਹੋ ਰਿਹਾ ਹੈ ਸਾਧ ਸੰਗਤ ਜੀ, ਬੜਾ ਰੌਲਾ ਮਚਿਆ ਹੈ। ਕਹੀ ਬਾਤ ਜਨ ਸੁਨੇ ਨ ਕਾਨਾ। ਇੱਕ ਬੰਦੇ ਦੀ ਕਈ ਗੱਲ ਦੂਜੇ ਦੇ ਕੰਨ ਸੁਣਾਈ ਨਹੀਂ ਦਿੰਦੀ। ਅੰਧ ਧੁੰਦ ਬਾਰੂਦ ਉਠਾਇਓ। ਕਹਿੰਦੇ ਇੰਨਾ ਬਰੂਦ ਚੱਲਿਆ, ਇੰਨੀਆਂ ਤੋਪਾਂ ਅੰਧ ਧੁੰਦ ਹੋ ਗਿਆ, ਸਾਰੇ ਪਾਸੇ ਹਨੇਰਾ ਹੀ ਹਨੇਰਾ ਹੋ ਗਿਆ ਹੈ। ਧੂਮ ਜੁਤ ਚੋਹੰਦੇ ਛਾਇਓ। ਧੂਆਂ ਧਾਰ ਹੋ ਗਿਆ, ਧੂਏ ਕਰਕੇ ਕੁਝ ਦਿਸਦਾ ਹੀ ਨਹੀਂ ਹੈ। ਮਨੋ ਮੇਘ ਸਗਰੋ ਇੱਕ ਥਾਏ। ਏਦਾਂ ਲੱਗਦਾ ਸਾਰੀ ਦੁਨੀਆ ਦੇ 56-96 ਕਰੋੜ ਮੇਘ ਇਕੱਠੇ ਹੋ ਗਏ, ਇੱਕ ਥਾਂ ਤੇ ਆ ਗਏ ਹਨ। ਛਿਤ ਪਰ ਛਿਰ ਛਾਏ ਇੱਕ ਭਾਏ। ਜਿਵੇਂ ਸਾਰੀ ਧਰਤੀ ਦੇ ਉੱਤੇ ਬੱਦਲ ਹੀ ਬੱਦਲ ਛਾ ਜਾਂਦੇ ਆ ਕਾਲੇ, ਕੋਈ ਸੂਰਜ ਦੀ ਕਿਰਨ ਧਰਤੀ ਤੱਕ ਅੱਪੜਦੀ ਨਹੀਂ। ਏਦਾਂ ਦਾ ਮਾਹੌਲ ਬਣ ਗਿਆ। ਸੂਰਜ ਹੁੰਦਿਆਂ ਵੀ ਮਹਾਰਾਜ ਨੇ ਲਿਖਿਆ ਨਾ ਚੰਡੀ ਦੇ ਵਾਰ ਵਿੱਚ, ਸੂਰਜ ਨਜ਼ਰ ਨਾ ਪਾਏ, ਲਸ਼ਕਣ ਤੇਗਾਂ ਬਰਛੀਆਂ, ਸੂਰਜ ਨਜ਼ਰ ਨਾ ਪਾਏ।
ਸੂਰਜ ਦਿਸਦਾ ਹੀ ਨਹੀਂ। ਭੁਜੰਗ ਪ੍ਰਿਆਤ ਛੰਦ ਬੜੇ ਵੀਰ ਬਾਂਕੇ ਕਰੈ ਜੁਧ ਸੁਦੰ। ਬੜੇ ਵੀਰ ਬਾਂਕੇ ਜੋਧੇ ਸੁਧ ਯੁੱਧ ਕਰ ਰਹੇ ਹਨ। ਬਦਿਓ ਬੰਦ ਬੈਰੰ ਭਲੀ ਬੋਲ ਕ੍ਰੁਦੰ। ਔਰ ਬੜਾ ਘਮਸਾਨ ਦਾ ਯੁੱਧ ਕੀਤਾ ਹੈ। ਤਹਾ ਤਾਹੇ ਤੋਪੈ ਛੁਟੈ ਬ੍ਰਿੰਦ ਗੋਰੇ। ਤਾ ਕੇ ਤੋਪਾਂ ਪੈਂਦੀਆਂ, ਤਾੜ ਪੈਂਦੀਆਂ ਤੇ ਗੋਲੇ ਚੱਲਦੇ ਨੇ। ਪਲੀਤੇ ਤੁਖੈ ਤਰਾਸ ਤੇ ਦੌਰ ਘੋਰੇ। ਪਲੀਤੇ ਧੁਖਦੇ ਨੇ, ਘੋੜੇ ਦੌੜਦੇ ਨੇ। ਭਜੈ ਜਾਹੇ ਐਸੇ ਨ ਥੰਬੇ ਥੰਬੇ ਹੈ। ਕਈ ਘੋੜੇ ਡਰ ਕੇ ਭੱਜ ਪੈਂਦੇ ਆ ਵੀ ਰੋਕਿਆ ਰੁਕਦੇ ਨਹੀਂ। ਜਿੰਨਾ ਮਰਜੀ ਮੂੰਹ ਨੂੰ ਕੰਡਿਆਲਾ ਖਿੱਚ ਕੇ ਪਾਓ, ਉਹਨੂੰ ਖਿੱਚੀ ਜਾਓ ਲਗਾਮਾਂ, ਉਹ ਡਰ ਜਾਂਦੇ ਆ ਤੇ ਭੱਜੀ ਜਾਂਦੇ ਆ। ਮਹਾਨਾਦ ਤੇ ਛੋਭ ਕੁੰਭੀ ਛੁਪੇ ਹੈ। ਔਰ ਸਾਧ ਸੰਗਤ ਜੀ, ਤੋਪਾਂ ਦੀ ਗੜਗੜਾਹਟ ਤੋਂ ਤੇ ਕਈ ਹਾਥੀ ਡਰ ਗਏ ਹਨ। ਕਿਤੇ ਧੀਰ ਛੋਰੀ ਭਏ ਭੀਰ ਭਾਰੀ। ਤੇ ਕਈ ਧੀਰਜ ਛੱਡ ਗਏ ਨੇ, ਇੰਨੇ ਡਰ ਗਏ ਨੇ, ਅੰਨੇਵਾਹ ਭੱਜ ਕੇ ਕਈ ਹਾਥੀ ਆਪਣੀਆਂ ਹੀ ਫੌਜਾਂ ਨੂੰ ਪੈਰਾਂ ਥੱਲੇ ਮਸਲਣ ਲੱਗ ਪਏ ਨੇ। ਭਜੇ ਜਾਤ ਮਾਰੇ ਨਾ ਹੋਸ਼ੰ ਸੰਭਾਰੀ। ਭੱਜੇ ਜਾਂਦੇ ਨੇ, ਹੋਸ਼ ਨਹੀਂ ਸੰਭਾਲਦੇ। ਮਰੇ ਮੂਰਖ ਮਰੇ ਸੂਰ ਕੇਈ ਮਹਾਰੋਰ ਮਾਚਾ। ਕਹਿੰਦੇ ਬੜੇ ਸੂਰਮੇ ਮਾਰੇ ਗਏ ਨੇ, ਬੜਾ ਰੌਲਾ ਮਚਿਆ ਹੈ। ਭਇਓ ਸ਼੍ਰੋਣ ਐਸੇ ਰਜੰਗ ਰੰਗ ਰਾਚਾ। ਕਹਿੰਦੇ ਧਰਤੀ ਦੇ ਵਿੱਚ ਲਹੂ ਤੇ ਮਿੱਟੀ ਦਾ ਗਾਰਾ ਬਣ ਗਿਆ। ਭਰੇ ਵੀਰ ਚੀਰੰਗ ਭਇਓ ਲਾਲ ਰੰਗੰ। ਕੱਪੜੇ ਸੂਰਮਿਆਂ ਦੇ ਲਾਲ ਹੋ ਗਏ ਨੇ। ਉਡੇ ਸੰਗ ਗੌਰਾਨ ਜੋਧਾਨ ਅੰਗੰ। ਕਈ ਸੂਰਮਿਆਂ ਦੇ ਅੰਗ ਹਾਕੋ ਗੋਲਿਆਂ ਨਾਲ ਉੱਡ ਗਏ ਨੇ, ਲੱਤਾਂ ਬਾਹਾਂ ਉੱਡ ਗਈਆਂ ਨੇ, ਚੀਥੜੇ ਉੱਡ ਗਏ ਨੇ। ਕਿਤੇ ਕਾਏ ਕਾਏ ਕਰੇ ਕੋਰ ਘੂਮੀ। ਕਈ ਜ਼ਖਮੀ ਹੋ ਕੇ ਝੂਮ ਕੇ ਡਿੱਗਦੇ ਨੇ। ਜਟਾ ਪੱਟ ਜੂਝੇ ਜੁਝਾਰੇ ਤਾਂ ਝੂਮੀ। ਤੇ ਜੂਝਾਰੂ ਜੋਧੇ ਝੂਮ ਕੇ ਵੱਡ ਕੇ ਡਿੱਗਦੇ ਨੇ। ਲੱਥੇ ਪਲੱਥੇ ਫੁਲੱਥੇ ਖਿਦਾਰੀ। ਕਹਿੰਦੇ ਮੈਦਾਨੇ ਜੰਗ ਵਿੱਚ ਸੂਰਮੇ ਉਛਲ ਕੇ ਤੇਗਾਂ ਦੇ ਵਾਰ ਕਰਦੇ ਨੇ, ਪਲੱਥੇ ਦੇ ਵਾਰ ਕਰਦੇ ਨੇ। ਹਥਾ ਵੱਥ ਹੋਏ ਮਥੇ ਸ਼ਿਖਰ ਚਾਰੀ। ਹੱਥੋਂ ਹੱਥੀ ਲੜਾਈ ਹੋਈ ਹੈ। ਜਮੂਰੇਨ ਗੋਰੇਨ ਸੂਰੇ ਖਪਾਏ। ਜਮੂਰਿਆਂ ਦੇ ਗੋਲਿਆਂ ਨੇ ਬੜੇ ਸੂਰਮੇ ਮਾਰੇ ਨੇ। ਪ੍ਰਲੈ ਕਾਲ ਜੈਸੇ ਗਿਰੇ ਭੂਮ ਛਾਏ। ਜਿਵੇਂ ਪਰਲੇ ਦੇ ਸਮੇਂ ਵਿੱਚ ਡਿੱਗੇ ਹੁਣ ਧਰਤੀ ਤੇ ਸਦਾ ਦੀ ਨੀਂਦ ਸੌਂ ਗਏ ਹੁਣ। ਮਨੋ ਲਾਗ ਦਾਵਾ ਬਨੰਗ ਬੰਸ ਕੇਰਾ। ਮਾਨੋ ਬਾਂਸਾਂ ਦੇ ਜੰਗਲ ਨੂੰ ਦਾਵਾ ਅਗਨੀ ਲੱਗ ਗਈ ਹੋਵੇ ਤੇ ਬਾਂਸ ਸੜ ਰਹੇ ਹੋਣ। ਪਤੰਗਾਨ ਜੋਦਾ ਆਪੇ ਆਪ ਗੇਰਾ। ਕਹਿੰਦੇ ਜਿਵੇਂ ਉਹਦੇ ਵਿੱਚ ਜੰਗਲ 'ਚ ਅੱਗ ਲੱਗੀ ਹੋਵੇ ਬਾਂਸਾਂ ਨੂੰ ਤੇ ਪਤੰਗੇ ਉੱਤੇ ਆ ਕੇ ਡਿੱਗਦੇ ਹੋਣ। ਇਦਾਂ ਦਾ ਨਕਸ਼ਾ ਵੱਜਾ ਸੀ। ਛੁਟੇ ਜਾਤ ਹਾਥੀ ਗਏ ਤੂਤ ਹੋਂਦਾ। ਕਹਿੰਦੇ ਹਾਥੀਆਂ ਦੇ ਹੋਦੇ ਟੁੱਟ ਗਏ ਨੇ ਤੇ ਉਹ ਦੌੜੇ ਫਿਰਦੇ ਨੇ। ਮਨੋ ਵੈ ਵਪਾਰੀ ਚਲੇ ਵੇਚ ਸੌਦਾ। ਕਹਿੰਦੇ ਵਪਾਰੀ ਜਿਵੇਂ ਸੌਦਾ ਵੇਚ ਕੇ ਜਾਂਦੇ ਹਨ, ਇਸ ਤਰ੍ਹਾਂ ਮਹਾਨਾਦ ਹੋਇਓ ਦਿਸ਼ਾ ਪੂਰ ਸਾਰੀ। ਬੜੀ ਆਵਾਜ਼ ਆ ਰਹੀ ਹੈ, ਸਾਰੇ ਪਾਸੇ ਦਿਸ਼ਾਵਾਂ ਭਰ ਗਈਆਂ ਨੇ ਤੋਪਾਂ ਦੇ ਗੋਲਿਆਂ ਦੀ ਆਵਾਜ਼ ਨਾਲ। ਭਇਓ ਅੰਧਕਾਰੰ ਉਡੈ ਧੂਰ ਭਾਰੀ। ਇੰਨੀ ਧੂੜ ਉੱਡ ਰਹੀ ਘੋੜਿਆਂ ਦੇ ਖੁਰਾਂ ਦੇ ਨਾਲ, ਅੰਧਕਾਰ ਹੋ ਗਿਆ, ਧਰਤੀ ਅਸਮਾਨ ਇੱਕ ਹੋ ਗਿਆ। ਕਈ ਲੱਖ ਜੋਧਾ ਜੁਟੇ ਅੰਗ ਮਾਹੀ। ਕਈ ਲੱਖਾਂ ਯੋਧੇ ਜੰਗ 'ਚ ਜੂਝ ਰਹੇ ਨੇ, ਕੋਈ ਥੋੜੀ ਵਾਲੀ ਫੌਜ ਨਹੀਂ ਹੈ। ਕਈ ਲੱਖਾਂ ਫੌਜ ਸ਼ਾਹਜਹਾਨ ਬਾਦਸ਼ਾਹ ਵੱਲੋਂ ਆਈ ਹੈ ਤੇ ਕਈ ਲੱਖਾਂ ਔਰੰਗਜ਼ੇਬ ਲੈ ਕੇ ਆਇਆ ਹੈ। ਹਾਂਜੀ, ਹਜ਼ਾਰੋਂ ਮਰੇ ਕਾਏ ਘੂਮੇ ਤਹਾਂ ਹੀ। ਹਜ਼ਾਰਾਂ ਸੂਰਮੇ ਚੰਬਲ ਦੀ ਨਦੀ ਤੇ ਜੂਝ ਰਹੇ ਨੇ, ਮਰ ਰਹੇ ਨੇ, ਲੜ ਰਹੇ ਨੇ। ਪਰੀ ਮਾਰ ਐਸੀ ਭਇਓ ਮੇਲ ਸ਼ਤਰੰਗ। ਇਹੋ ਜੀ ਮਾਰ ਹੋਈ ਦੁਸ਼ਮਣਾਂ ਦੀ ਆਪਸ ਵਿੱਚ। ਸੁਬੇ ਸ਼ਸਤਰ ਅਸਤਰੰਗ ਮਹਾਰੰਗ ਚਿਤਰੰਗ। ਸ਼ਸਤਰਾਂ ਅਸਤਰਾਂ ਨਾਲ ਸੋਭਦੇ ਹਨ। ਬੰਦੇ ਢੋਲ ਬੋਲੇ ਉਪਾਯੰ ਕਰੰਤੇ। ਕਹਿੰਦੇ ਟੋਲੇ ਬਨ ਕੇ ਆਉਂਦੇ ਨੇ। ਤਜਾ ਇੱਕ ਬਾਰੀ ਤੁਫੰਗੰ ਹਨੰਤੇ। ਇੱਕੋ ਵਾਰੀ ਤੋਪਾਂ ਗੋਲੀਆਂ ਮਾਰ ਸੁੱਟਦੇ ਨੇ। ਕਿਰਪਾਨਾ ਲਹੀਂ ਐਚ ਮਿਆਨਾ ਤਰੰਗੀ। ਕਹਿੰਦੇ ਮਿਆਨਾਂ ਚੋਂ ਤੇਗਾਂ ਧੂ ਲਈਆਂ ਨੇ। ਮਨੋ ਚਮਕਤੀ ਚਾਰ ਸ਼ਾਮੰ ਭੁਜੰਗੀ। ਆਹਾ, ਕਵੀ ਜੀ ਕਹਿੰਦੇ ਮਾਨੋ ਇਹ ਤਲਵਾਰਾਂ ਜਿਹੜੀਆਂ ਨੇ ਏਦਾਂ ਲੱਗਦੀਆਂ ਜਿਵੇਂ ਕਾਲੀ ਨਾਗਣਾ ਹੋਣ। ਮਿਲੇ ਆਪ ਮਾਹੀ ਸੋ ਢਾਲੰਗ ਟਮੰਕੇ। ਆਪਸ ਵਿੱਚ ਭਿੜ ਪਏ ਨੇ, ਢਾਲਾਂ ਦੇ ਤੇਗਾਂ ਖੜਕੀਆਂ ਨੇ। ਤਕਾ ਤੱਕ ਗਾਣੇ ਸੋ ਤੇਗੰ ਤਮੰਕੇ। ਉਹ ਧੱਕ ਕੇ ਦੁਸ਼ਮਣ ਨੂੰ ਪਿੱਛੇ ਲਾ ਕੇ ਸੁੱਟਦੇ ਨੇ। ਕਟੈ ਗਰੀਬ ਬਾਹੂ ਮਿਟੈ ਪੈਰ ਨਾਹੀ। ਤਲਵਾਰ ਦਾ ਵਾਰ ਕਰਦੇ ਨੇ, ਕਿਸੇ ਦੀ ਗਰਦਨ, ਕਿਸੇ ਦਾ ਹੱਥ ਪੈਰ ਸਿਰ ਲਾ ਕੇ ਸੁੱਟ ਦਿੰਦੇ ਨੇ। ਅਦੋ ਆਦ ਚੀਰੇ ਪਰੇ ਭੂਮ ਮਾਹੀ। ਕਈਆਂ ਨੂੰ ਮੋਢੇ ਤੋਂ ਮਾਰੀ ਤੇਗ ਤੇ ਪੇਟ ਤੇ ਲੰਘਾ ਦਿੱਤੀ, ਵਿੱਚੋਂ ਚੀਰ ਸੁੱਟੇ। ਕਥਾ ਕੌਣ ਕੇਤੋ ਭਇਓ ਜੁਧ ਘੋਰੰ। ਕੌਣ ਕਥਾ ਕਰੇ, ਏਡਾ ਘਮਸਾਨ ਦਾ ਯੁੱਧ ਹੋਇਆ। ਸੁਨੈ ਨਾਹਿ ਦੀਸੈ ਮਚੋ ਸ਼ੋਰ ਜੋਰੰ। ਕਹਿੰਦੇ ਦੱਸਦੇ ਇਹੋ ਜਿਹਾ ਯੁੱਧ ਕਿਤੇ ਸੁਣਾਈ ਨਹੀਂ ਦਿੱਤਾ ਜਿਹੋ ਜਿਹਾ ਇੱਥੇ ਹੋਇਆ। ਕਿਨੇ ਕੌਣ ਏਤੇ ਮਰੇ ਜੰਗ ਮਾਹੀ। ਕੌਣ ਗਿਣੇ ਇੰਨੇ ਸੂਰਮੇ ਮਰੇ ਹਨ ਇਸ ਜੰਗ ਵਿੱਚ। ਕਿਤੇ ਕਾਏ ਬੋਲੇ ਪੱਕਾ ਪੱਕ ਤਾਹੀ। ਕਈ ਸੂਰਮਿਆਂ ਦੇ ਸਿਰ ਚੋਂ ਖੂਨ ਭੱਕ ਕਰਕੇ ਨਿਕਲ ਰਿਹਾ ਤੇ ਉਹਨਾਂ ਦੇ ਜ਼ਖਮ ਵੀ ਬੋਲ ਰਹੇ ਨੇ। ਸੋ ਖਾਲਸਾ ਜੀ, ਇਸ ਜੰਗ ਦੇ ਵਿੱਚ
ਕੀ ਹੋਇਆ, ਕਿਸ ਤਰ੍ਹਾਂ ਔਰੰਗਜ਼ੇਬ ਆਗਰੇ ਵੱਲ ਪਹੁੰਚਿਆ, ਕਾਮਯਾਬੀ ਕਿਵੇਂ ਉਹਨੇ ਹਾਸਲ ਕੀਤੀ। ਭਾਈ ਸੰਤੋਖ ਸਿੰਘ ਜੀ ਨੇ ਬੜੇ ਜ਼ਰੂਰੀ ਪੁਆਇੰਟ ਲਏ ਨੇ। ਬਹੁਤੀ ਲੰਮੀ ਕਥਾ ਕਰਨ ਦਾ ਮਤਲਬ ਨਹੀਂ, ਜਿੰਨਾ ਗੁਰੂ ਘਰ ਨਾਲ ਸੰਬੰਧ ਹੈ ਓਨੀ ਗੱਲ ਦੱਸਣੀ ਜ਼ਰੂਰੀ ਹੈ। ਕਿਉਂ ਸਤਵੇਂ ਪਾਤਸ਼ਾਹ ਜੀ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਵੀ ਇਸ ਲੜਾਈ ਵਿੱਚ ਇਨਵੋਲਵ ਬਣ ਜਾਣਾ। ਜਦੋਂ ਬਾਦਸ਼ਾਹ ਦਾਰਾ ਸ਼ਿਕੋ ਬਿਆਸਾ ਦਰਿਆ ਪਾਰ ਕਰੇਗਾ ਤੇ ਪੱਛਮ ਵੱਲ ਭੱਜੇਗਾ, ਉਸ ਵੇਲੇ ਗੁਰੂ ਸਾਹਿਬ ਨੂੰ ਮਿਲੇਗਾ। ਉਹ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ ਨਾਥ